ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ ਕੈਸੂੰ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਜਾਗਦੀ ਜੋਤ ਰੂਹਾਨੀ ਗਿਆਨ ਦੇ ਮੁਜੱਸਮੇ ਰਾਜਾਨ ਰਾਜ ਭਾਨਾਨ ਭਾਨ ਦੇਵਾ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਅੱਜ ਆਪਾਂ ਸਾਰੇ ਹੀ ਨਿਰੰਕਾਰੀ ਤੇ ਰੂਹਾਨੀ ਜੋਤ ਸਮੁੱਚੀ ਮਾਨਵਤਾ ਦੇ ਸਾਂਝੇ ਪੀਰ ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ। ਅੱਜ ਦੇ ਇਹ ਗੁਰਮਤਿ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਕਰਨ ਦੀਆਂ ਕੁਝ ਘੜੀਆਂ ਅਕਾਲ ਪੁਰਖ ਨੇ ਸਾਨੂੰ ਬਖਸ਼ੀਆਂ ਹਨ। ਆਓ ਪਿਆਰ ਵਾਲਿਓ, ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਬਾਰੇ ਅਸੀਂ ਕੁਛ ਬੁੱਝਣਾ ਹੈ, ਗੁਰੂ ਨਾਨਕ ਨੂੰ ਪੜ੍ਹਨਾ ਹੈ ਅਤੇ ਗੁਰੂ ਨਾਨਕ ਨੂੰ ਮਨ ਵਿੱਚ ਵਸਾਉਣਾ ਹੈ। ਸਿੱਖੀ ਦੇ ਲਈ ਪੜ੍ਹ ਬੁੱਝ ਮਨ ਵਸਾਵਣੀਆਂ, ਇਹ ਤਿੰਨ ਗੱਲਾਂ ਬੜੀ ਲਾਜ਼ਮੀਆਂ ਨੇ, ਕਿਉਂਕਿ ਅਜੇ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਸਿੱਖਾਂ ਨੇ ਵੀ ਨਹੀਂ ਪੜ੍ਹਿਆ, ਗੁਰੂ ਨਾਨਕ ਪਾਤਸ਼ਾਹ ਨੂੰ ਸਿੱਖਾਂ ਨੇ ਵੀ ਨਹੀਂ ਬੁੱਝਿਆ, ਅਜੇ ਤਾਂ ਗੁਰੂ ਨਾਨਕ ਨੂੰ ਸਿੱਖਾਂ ਨੇ ਵੀ ਮਨ 'ਚ ਨਹੀਂ ਵਸਾਇਆ। ਬਾਕੀ ਨੂੰ ਕੀ ਕਹਿਣਾ ਕਿ ਜਿਹੜੇ ਉਸਦੇ ਰਸਤੇ 'ਤੇ ਤੁਰਨ ਦਾ ਐਲਾਨ ਕਰਨ ਵਾਲੇ ਨੇ,
ਜਾਂ ਉਸ ਗੁਰੂ ਨਾਨਕ ਦੇ ਪਾਂਧੀ ਹਨ, ਜਿਹੜੇ ਕਿ ਕਹਿੰਦੇ ਨੇ ਕਿ ਗੁਰਮੁਖ ਗਾਡੀ ਰਾਹ ਚਲੰਦਾ ਦੇ ਅਸੀਂ ਪੈਰੋਕਾਰ ਹਾਂ। ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਉਸ ਰਸਤੇ ਨੂੰ ਸੰਭਾਲਿਆ ਤੇ ਲੋਕਾਂ ਨੂੰ ਦ੍ਰਿੜ ਕਰਾ ਰਹੇ ਹਾਂ। ਪਰ ਬੜੀ ਹੈਰਾਨੀ ਹੈ ਕਿ ਜਦੋਂ ਕੌਮ ਨੂੰ ਅਸੀਂ ਦੇਖ ਰਹੇ ਹਾਂ ਤੇ ਸਮਝ ਵਿੱਚ ਇਹੀ ਗੱਲ ਆਉਂਦੀ ਹੈ ਕਿ ਉਹ ਵੀ ਉਸ ਰਸਤੇ ਤੇ ਤੁਹਾਨੂੰ ਥਿੜਕੇ ਹੋਏ, ਭਟਕੇ ਹੋਏ ਮਿਲ ਜਾਣਗੇ। ਸੋ ਆਓ ਅੱਜ ਉਹਨਾਂ ਦੇ ਜੀਵਨ ਇਤਿਹਾਸ ਦੀਆਂ ਅਤੇ ਉਹਨਾਂ ਦੀ ਬਾਣੀ ਦੇ ਰਾਹੀਂ ਜੋ ਸਾਨੂੰ ਉਪਦੇਸ਼ ਬਖਸ਼ੇ ਸਤਿਗੁਰਾਂ ਨੇ, ਆਪ ਜੀ ਨਾਲ ਉਸ ਸੰਬੰਧ ਦੇ ਵਿੱਚ ਹੀ ਅੱਜ ਦੀਆਂ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਸਾਰੀਆਂ ਸੰਗਤਾਂ ਮਨੋਬਿਰਤੀਆਂ ਇਕਾਗਰ ਕਰੋ। ਪ੍ਰੇਮ ਸਹਿਤ ਸਾਹਿਬਾਂ ਦੀ ਬਖਸ਼ੀ ਪਾਵਨ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਬੜੀ ਚੜ੍ਹਦੀ ਕਲਾ ਵਾਲਾ ਜੀਵਨ ਲੈ ਕੇ ਆਏ ਤੇ ਸਾਡੀ ਤੇ ਫਤਿਹ ਵੀ ਬੜੀ ਢਿੱਲੀ ਹੈ। ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਨਾਏ ਸੀ ਸੱਚ ਕੀ ਵੇਲਾ। ਅੱਗੇ ਤਾਂ ਸਿੱਖ ਗੁਸਤਾਖੀ ਮਾਫ ਘਰਾਂ ਵਿੱਚ ਤੇ ਫਤਿਹ ਖਤਮ ਹੀ ਹੋ ਗਈ, ਗੁਰਦੁਆਰਿਆਂ ਵਿੱਚ ਤੇ ਬੁਲਾ ਲਿਆ ਕਰੋ। ਇੱਕ ਵਾਰੀ ਬੁਲੰਦ ਆਵਾਜ਼ ਦੇ ਵਿੱਚ ਆਪਣੇ ਗੁਰੂ ਨੂੰ ਯਾਦ ਕਰਦੇ, ਫਤਿਹ ਨਾਲ ਸਿਜਦਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਬਾਰੇ ਜੋ ਅਸੀਂ ਸੁਣਦੇ ਹਾਂ, ਦੇਖਦੇ ਹਾਂ, ਪੜ੍ਹਦੇ ਹਾਂ, ਸੱਚ ਹੈ ਪਿਆਰਿਓ, ਗੁਰੂ ਨਾਨਕ ਉਸ ਤੋਂ ਵੀ ਵੱਖਰੇ ਨੇ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਖੱਤਰੀ, ਬ੍ਰਾਹਮਣ, ਸੂਦ, ਵੈਸ, ਇਹ ਜਿਤਨੇ ਵੀ ਨੇ ਸਭ ਨੂੰ ਇੱਕੋ ਹੀ ਗੱਲ ਕਹਿੰਦੇ ਨੇ, ਸਭ ਏਕੋ ਨਾਮ ਤਰਾਨਥ। ਗੁਰੂ ਨਾਨਕ ਉਪਦੇਸ਼ ਕਹਿਤ ਹੈ। ਗੁਰੂ ਨਾਨਕ ਉਪਦੇਸ਼ ਕਹਿੰਦਾ ਹੈ, ਜੋ ਜਪੈ ਸੋ ਪਾਰ ਪਰਾਨਥ। ਜਿਹੜਾ ਜਪ ਲਏਗਾ ਪਾਰ ਉਹੀ ਹੋਏਗਾ। ਗੁਰੂ ਨਾਨਕ ਨੇ ਸਾਰੀ ਮਾਨਵਤਾ ਲਈ ਗਿਆਨ ਦਾ ਉਹ ਮਸਮਾ ਅੰਮ੍ਰਿਤ ਬਾਣੀ ਪ੍ਰਗਟ ਕੀਤੀ ਔਰ ਸਤਿਗੁਰ ਆਖਦੇ ਨੇ ਜਿਹੜਾ ਕਿ ਉਸ ਬਾਣੀ ਨੂੰ ਸੁਣ ਲਏਗਾ, ਜਪ ਲਏਗਾ, ਉਹ ਭਵ ਸਾਗਰ ਤੋਂ ਪਾਰ ਹੋ ਜਾਏਗਾ। ਅੱਜ ਐਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅਸੀਂ ਇਕੱਤਰ ਹੋਏ ਹਾਂ। ਸਤਿਗੁਰ ਜੀ ਦੇ ਪ੍ਰਕਾਸ਼ ਬਾਰੇ ਆਪ ਸਾਰੇ ਜਾਣਦੇ ਹੋ। ਜੋ ਆਪ ਜੀ ਦੇ ਪ੍ਰਕਾਸ਼ ਦੀ ਸਹੀ ਡੇਟ ਹੈ 15 ਅਪ੍ਰੈਲ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ, ਅੱਜ ਇਹ ਅਸਥਾਨ ਪਾਕਿਸਤਾਨ ਵਿੱਚ ਹੈ। ਔਰ ਇਸ ਸਥਾਨ ਨੂੰ ਅਸੀਂ ਸਾਰੇ ਨਨਕਾਣਾ ਸਾਹਿਬ ਦੇ ਨਾਮ ਨਾਲ ਅੱਜ ਜਾਣਦੇ ਹਾਂ। ਇਸ ਨਗਰ ਦੇ ਵਿੱਚ ਹੀ ਮਹਿਤਾ ਕਾਲੂ ਜੀ ਦੇ ਘਰ ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਸਤਿਗੁਰੂ ਜੀ ਨੇ ਪ੍ਰਕਾਸ਼ ਧਾਰਿਆ। ਹਮੇਸ਼ਾ ਯਾਦ ਰੱਖਣਾ, ਜਗਤ ਵਿੱਚ ਭਾਵੇਂ ਕੋਈ ਅਵਤਾਰੀ ਪੁਰਖ ਹੋਵੇ, ਪੀਰ ਪੈਗੰਬਰ, ਹਰ ਇੱਕ ਨੂੰ ਆਉਣ ਵਾਸਤੇ ਮਾਂ ਦੀ ਲੋੜ ਪਈ ਹੈ, ਪਿਤਾ ਦੀ ਲੋੜ ਪਈ ਹੈ। ਕਿਉਂਕਿ ਗੁਰਮਤਿ ਦਾ ਇੱਕ ਬੜਾ ਪਿਆਰੀ ਇਹ ਸੁਨੇਹਾ ਗੁਰੂ ਸਾਹਿਬ ਨੇ ਦਿੱਤਾ ਕਿ ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਕੀ ਧਰਮਾਂ ਨੂੰ ਤੁਸੀਂ ਵੇਖੋਗੇ, ਉਹਨਾਂ ਦੇ ਨਾਲ ਕਰਾਮਾਤਾਂ ਜੁੜੀਆਂ ਨੇ। ਕੋਈ ਕਹਿੰਦਾ ਕਿ ਫਲਾਣਾ ਜੋਗੀ ਗਊ ਤੋਂ ਪੈਦਾ ਹੋਇਆ, ਕੋਈ ਕਹਿੰਦਾ ਮੱਛੀ ਤੋਂ ਪੈਦਾ ਹੋਇਆ।
ਉਹਨਾਂ ਨਾਲ ਵੱਖ-ਵੱਖ ਗੱਲਾਂ ਜੁੜੀਆਂ ਨੇ, ਪਰ ਗੁਰੂ ਨਾਨਕ ਦਾ ਘਰ ਬਿਲਕੁਲ ਸਿੱਧੀ ਦਿਸ਼ਾ ਵਿੱਚ ਤੁਹਾਨੂੰ ਲੈ ਜਾਂਦਾ। ਕੋਈ ਗੱਲ ਕਹਿੰਦਾ ਵੀ ਮਾਤਾ ਪਿਤਾ ਤੋਂ ਬਿਨਾਂ ਬੱਚੇ ਦਾ ਜਨਮ ਨਹੀਂ ਹੁੰਦਾ, ਮਾਤਾ ਪਿਤਾ ਚਾਹੀਦੇ ਹੈ। ਗੁਰੂ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ ਔਰ ਜ਼ਿੰਦਗੀ ਨੂੰ ਮਾਨਵਤਾ ਦੇ ਵਿੱਚ ਰੱਖਿਆ। ਪਰਬਤਾਂ ਤੇ ਜਾ ਕੇ ਨਹੀਂ ਬੈਠੇ ਗੁਰੂ ਸਾਹਿਬ, ਜੰਗਲਾਂ ਵਿੱਚ ਨਹੀਂ ਗਏ, ਵੱਖਰਾ ਕੋਈ ਤੀਰਥ ਸਥਾਨ ਬਣਾ ਕੇ ਨਹੀਂ ਬੈਠੇ। ਗੁਰੂ ਸਾਹਿਬ ਜੀ ਨੇ ਜੋ ਆਪਣੇ ਮਿਸ਼ਨ ਦੀ ਆਰੰਭਤਾ ਕੀਤੀ ਉਹ ਆਪਣੇ ਘਰ ਤੋਂ ਸ਼ੁਰੂ ਕੀਤੀ। ਗੁਰੂ ਸਾਹਿਬ ਜੀ ਨੇ ਆਪਣੇ ਆਲੇ ਦੁਆਲੇ ਤੋਂ ਸ਼ੁਰੂ ਕੀਤੀ। ਗੁਰੂ ਸਾਹਿਬ ਜੀ ਨੇ ਆਪਣੇ ਮਿਸ਼ਨ ਦੀ ਆਰੰਭਤਾ, ਕਿਉਂਕਿ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਨੂੰ ਦੇਖਦੇ ਹਾਂ, ਤੱਕਦੇ ਹਾਂ, ਮੋਬਾਈਲ ਦੀ ਟੋਨ ਵੱਜ ਰਹੀ ਹੈ, ਕਿਸੇ ਦੀ ਬੰਦ ਕਰ ਲਿਓ ਜੀ, ਔਰ ਸਾਰੇ ਸਾਇਲੈਂਟ ਕਰਕੇ ਬੈਠੋ ਜਿੰਨਾ ਚਿਰ ਗੁਰੂ ਕੋ ਗੋਦ ਵਿੱਚ ਵਿਚਰਨਾ ਹੈ, ਕਿਉਂਕਿ ਗੁਰੂ ਘਰ ਦਾ ਵਿਧਾਨ ਹੈ ਕਿ ਇੱਥੇ ਸਾਵਧਾਨਤਾ ਚਾਹੀਦੀ ਹੈ ਔਰ ਇਕਾਗਰਤਾ ਚਾਹੀਦੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਗਿਆਨ ਨੂੰ, ਉਸ ਰੂਹਾਨੀਅਤ ਨੂੰ ਸੰਸਾਰ ਦੇ ਵਿੱਚ ਆਉਂਦੇ ਸਾਰ ਸਭ ਤੋਂ ਪਹਿਲਾਂ ਦੌਲਤਾਦਾਈ ਨੇ ਉਸ ਰੂਹਾਨੀਅਤ ਦਾ ਅਨੁਭਵ ਕੀਤਾ। ਔਰ ਇੱਕ ਗੱਲ ਧਿਆਨ ਰੱਖਣਾ, ਰੂਹਾਨੀਅਤ ਜਦੋਂ ਵੀ ਪ੍ਰਗਟ ਹੋਵੇਗੀ ਸਹਿਜ ਸੁਭਾਅ ਪ੍ਰਗਟ ਹੋਵੇਗੀ। ਕੋਈ ਆਖੇ ਨਾ ਵੀ ਮੇਰੀ ਘਾਲਨਾ ਨਾਲ, ਮੇਰੀ ਸੇਵਾ ਨਾਲ ਉਹ ਰੂਹਾਨੀਅਤ ਪ੍ਰਗਟ ਹੋਏਗੀ, ਨਹੀਂ। ਸਤਿਗੁਰ ਕਹਿੰਦੇ ਨੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਿਉਂਕਿ ਕਾਲ ਦਾ ਵੀ ਮਾਣ ਹੈ ਔਰ ਸੇਵਾ ਦਾ ਵੀ ਲੋਕ ਅਹੰਕਾਰ ਕਰਦੇ ਹੈ। ਇਹ ਧਿਆਨ ਰੱਖਣਾ ਜੀਵਨ 'ਚ। ਜਦੋਂ ਵੀ ਰੂਹਾਨੀਅਤ ਕਿਤੇ ਪ੍ਰਗਟ ਹੋਏਗੀ, ਜਿੱਥੇ ਨਾ ਕਾਲ ਦਾ ਅਹੰਕਾਰ ਹੈ ਨਾ ਸੇਵਾ ਦਾ ਅਹੰਕਾਰ ਹੈ, ਗੁਰੂ ਨਾਨਕ ਉੱਥੋਂ ਰੂਹਾਨੀਅਤ ਦਾ ਪ੍ਰਗਟਾਵਾ ਕਰਦੇ ਹੈ। ਦੌਲਤਾਦਾਈ ਨੂੰ ਰੂਹਾਨੀ ਗਿਆਨ ਪ੍ਰਗਟ ਹੋਇਆ ਔਰ ਅੱਜ ਉਹ ਐਡੀ ਤ੍ਰਿਪਤ ਹੋ ਗਈ ਕਿ ਮਹਿਤਾ ਕਾਲੀ ਜੀ ਨੂੰ ਕਹਿੰਦੀ ਹੈ ਵੀ ਮੈਨੂੰ ਤੁਹਾਡੇ ਕੋਲੋਂ ਕੁਛ ਨਹੀਂ ਚਾਹੀਦਾ। ਉੱਥੋਂ ਗੁਰੂ ਨਾਨਕ ਪਾਤਸ਼ਾਹ ਜੀ ਰੂਹਾਨੀਅਤ ਬਣਦੇ ਬਣਦੇ ਆਪਣੇ ਜੀਵਨ ਕਾਲ ਦੇ ਵਿੱਚ ਪੰਡਤ ਗੋਪਾਲ ਪਾਂਡੇ ਕੋਲ ਜਾ ਕੇ ਉਸ ਦੇ ਨਾਲ ਰੂਹਾਨੀਅਤ ਸਾਂਝੀ ਕਰਦੇ ਆ। ਇਹ ਗੱਲ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਦੁਨਿਆਵੀ ਵਿਦਿਆ ਗ੍ਰਹਿਣ ਨਹੀਂ ਕੀਤੀ। ਇਹ ਵੀ ਗੱਲ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਦੁਨਿਆਵੀ ਵਿਦਿਆ ਦੇਣ ਵਾਲਿਆਂ ਦੇ ਖਿਲਾਫ ਸਨ। ਇਹ ਵੀ ਗੱਲ ਨਹੀਂ ਹੈ। ਗੁਸਤਾਖੀ ਨਾਲ ਗੁਰੂ ਸਾਹਿਬ ਖਿਲਾਫ ਨਹੀਂ ਹਨ, ਸਗੋਂ ਉਹਨਾਂ ਨੂੰ ਤੇ ਕਹਿੰਦੇ ਨੇ ਕਿ ਗੁਰਮਤਿ ਕਹਿੰਦੀ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਦੀ ਵਿਚਾਰ ਬੜੀ ਜ਼ਰੂਰੀ ਹੈ। ਗੁਰੂ ਸਾਹਿਬ ਜੀ ਨੇ ਉਹਨਾਂ ਕੋਲੋਂ ਪੜ੍ਹਿਆ, ਪਰ ਨਾਲ ਨਾਲ ਗੁਰੂ ਸਾਹਿਬ ਜੀ ਨੇ ਆਪਣੇ ਉਸਤਾਦਾਂ ਦੇ ਨਾਲ ਧਰਮ ਚਰਚਾ ਕੀਤੀ। ਆਓ ਕਿ ਜਿੱਥੇ ਗੁਰੂ ਸਾਹਿਬ ਨੇ ਇਹ ਗੱਲ ਨੂੰ ਸਮਝਿਆ ਕਿ ਦੁਨਿਆਵੀ ਵਿਦਿਆ ਦੇ ਨਾਲ ਧਰਮ ਚਰਚਾ ਅਤ ਲਾਜ਼ਮੀ ਹੈ, ਮੈਂ ਕੇਵਲ ਯਤਨ ਕਰਾਂਗਾ ਕਿ ਗੁਰੂ ਸਾਹਿਬ ਦੇ ਜੀਵਨ ਦੇ ਤੱਤ ਤੁਹਾਡੇ ਨਾਲ ਰੱਖਾਂ, ਕਿਉਂਕਿ ਇਤਿਹਾਸ ਬਹੁਤ ਲੰਮੇਰਾ ਹੈ ਔਰ ਦਾਸ ਦਾ ਯਤਨ ਹੋਏਗਾ ਕਿ ਆਪਾਂ ਗੁਰੂ ਸਾਹਿਬ ਜੀ ਦੇ ਜੋ ਤੱਤ ਨੇ ਉਹਨਾਂ ਨੂੰ ਸਮਝੀਏ। ਗੁਰੂ ਸਾਹਿਬ ਜੀ ਨੇ ਜਿੱਥੇ ਕਿ ਆਪ ਵਿਦਿਆ ਹਾਸਲ ਕੀਤੀ, ਉੱਥੇ ਨਾਲ ਸਮਝਾਉਣਾ ਸੀ ਕਿ ਸਾਰਿਆਂ ਨੂੰ ਵਿਦਿਆ ਹਾਸਲ ਕਰਨੀ ਚਾਹੀਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਗੋਪਾਲ ਪੰਡਤ ਕੋਲ ਜਾਣਾ, ਪਾਂਧੇ ਕੋਲ ਜਾਣਾ ਔਰ ਉਸਦੇ ਕੋਲੋਂ ਵਿਦਿਆ ਸਿੱਖਣੀ, ਇਹਦਾ ਅਰਥ ਹੈ ਕਿ ਹਰ ਇੱਕ ਸਿੱਖ, ਹਰ ਇੱਕ ਪ੍ਰਾਣੀ ਵਿਦਿਆ ਉਹ ਧਾਰਨ ਕਰੇ, ਵਿਦਿਆ ਲਵੇ, ਵਿਦਿਆਰਥੀ ਬਣੇ। ਗੁਰੂ ਨਾਨਕ ਆਪ ਵੀ ਖੁਦ ਵਿਦਿਆਰਥੀ ਬਣੇ, ਆਪ ਵੀ ਵਿਦਿਆ ਲੈਣ ਵਾਸਤੇ ਗਏ। ਪਰ ਗੁਰੂ ਸਾਹਿਬ ਨੇ ਆਖਿਆ ਕਿ ਵਿਦਿਆਰਥੀ ਐਡਾ ਸੁਚੇਤ ਹੋਣਾ ਚਾਹੀਦਾ ਹੈ ਕਿ ਟੀਚਰ ਦੇ ਨਾਲ ਵੀ ਗੱਲਬਾਤ ਕਰ ਸਕੇ ਔਰ ਵਿਦਿਆ ਦੀ ਔਰ ਧਰਮ ਦੀ ਚਰਚਾ ਕਰ ਸਕੇ। ਉਹਨਾਂ ਦੇ ਜੀਵਨ 'ਚੋਂ ਇਹ ਗੱਲਾਂ ਜਿਹੜੀ ਤੱਤ ਨਿਕਲ ਕੇ ਆਉਂਦੇ ਸਾਹਮਣੇ। ਵਿਦਿਆਰਥੀ ਸੁਚੇਤ ਚਾਹੀਦਾ ਹੈ, ਵਿਦਿਆ ਪੜ੍ਹਨ ਵਾਲਾ ਉਹ ਸੁਚੇਤ ਚਾਹੀਦਾ ਹੈ, ਆਪਣੇ ਟੀਚਰ ਦੇ ਨਾਲ ਉਹ ਧਰਮ ਚਰਚਾ ਕਰੇ
ਧਾਰਮਿਕ ਵਿਚਾਰ ਕਰੇ, ਤਾਂ ਕਿ ਜੋ ਹੈ ਆਪਸੀ ਧਰਮ ਚਰਚਾ ਜਾਂ ਵਿਚਾਰ ਜਿਹੜੀ ਹੈ, ਕਿਉਂਕਿ ਗੁਰੂ ਸਾਹਿਬ ਜੀ ਦਾ ਇਹ ਮੰਨਣਾ ਹੈ ਕਿ ਜੀਵਨ ਦੇ ਅੰਦਰ ਕਿਸੇ ਨਾਲ ਝਗੜਨਾ ਨਹੀਂ ਹੈ, ਲੁਝਦਾ ਨਹੀਂ ਹੈ। ਇੱਥੇ ਤਾਂ ਵਿਚਾਰ ਹੀ ਇਹ ਹੈ ਗੁਰਬਾਣੀ ਵਿੱਚ, ਵਾਦ ਵਿਵਾਦ ਕਉ ਸੋ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਗੁਰੂ ਸਾਹਿਬ ਕਹਿੰਦੇ ਮੂਰਖ ਹੈ ਨਾਲ ਨਾ ਲੁਝੀਐ। ਹਮੇਸ਼ਾ ਧਿਆਨ ਰੱਖਣਾ ਜੀਵਨ ਦੇ ਵਿੱਚ, ਅੱਜ ਅਸੀਂ ਜਦੋਂ ਕਿਸੇ ਨਾਲ ਕੋਈ ਗੱਲ ਕਰਦੇ ਨਾ, ਅਸੀਂ ਵਿਚਾਰ ਨਹੀਂ ਕਰਦੇ, ਉਸ ਦੇ ਨਾਲ ਅਸੀਂ ਗੱਲਬਾਤ ਨਹੀਂ ਕਰਦੇ, ਸਗੋਂ ਝਗੜਨ ਨੂੰ ਪੈਂਦੇ ਆ, ਲੜਨ ਨੂੰ ਪੈਂਦੇ ਆ। ਗੁਰੂ ਸਾਹਿਬ ਜੀ ਨੇ ਇੱਕ ਤਾਂ ਇਹ ਗੱਲ ਸਾਨੂੰ ਸਮਝਾਈ ਕਿ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇਹ ਮੂਰਖ ਹੈ, ਉਹਦੇ ਨਾਲ ਸਿੱਖਾਂ ਤੋਂ ਲੁਝਣਾ ਨਹੀਂ ਹੈ, ਆਪਣੇ ਮਨ ਨੂੰ ਖਰਾਬ ਨਹੀਂ ਕਰਨਾ। ਲੁਝਣ ਦਾ ਅਰਥ ਹੀ ਅਸਲ 'ਚ ਇਹ ਕਿ ਮਨ ਖਰਾਬ ਹੁੰਦਾ ਲੁਝਣ ਨਾਲ। ਹੁਣ ਤੁਸੀਂ ਕਹੋਗੇ ਕਿ ਗੁਰੂ ਸਾਹਿਬ ਜੀ ਦੇ ਮੁਤਾਬਿਕ ਮੂਰਖ ਦੀ ਨਿਸ਼ਾਨੀ ਕੀ ਹੈ, ਤੇ ਗੁਰਬਾਣੀ ਨੇ ਬੜਾ ਸਪਸ਼ਟ ਲਿਖਿਆ, ਮੂਰਖਾ ਸਿਰ ਮੂਰਖ ਜੇ ਮੰਨੈ ਨਾਹੀ ਨਾਉ। ਜਿਹੜਾ ਨਾਮ ਨੂੰ ਨਹੀਂ ਮੰਨ ਰਿਹਾ, ਸਮਝ ਲਓ ਉਹ ਮੂਰਖਾਂ ਦਾ ਮੂਰਖ ਹੈ। ਜਿਹੜਾ ਨਾਮ ਨੂੰ ਨਹੀਂ ਮੰਨਦਾ ਉਹ ਲੁਝੇਗਾ ਵੀ ਤੇ ਝਗੜਾ ਵੀ ਕਰੇਗਾ, ਵਾਦ ਵਿਵਾਦ ਵੀ ਖੜਾ ਕਰੇਗਾ। ਉਹ ਸਾਡੇ ਘਰ ਵਿੱਚ ਵੀ ਹੋ ਸਕਦਾ ਹੈ, ਆਲੇ ਦੁਆਲੇ ਵੀ ਹੋ ਸਕਦਾ ਹੈ, ਰਿਸ਼ਤੇਦਾਰਾਂ ਵਿੱਚ ਵੀ ਕੋਈ ਹੋ ਸਕਦਾ ਹੈ। ਭਾਉ ਕਹਿਣ ਦਾ ਮਕਸਦ ਗੁਰੂ ਨਾਨਕ ਪਿਤਾ ਮਹਾਰਾਜ ਨਿਰੰਕਾਰੀ ਦਾ ਇਹ ਸੀ ਕਿ ਆਪਣੇ ਜੀਵਨ 'ਚ ਇਹ ਵਿਚਾਰ ਰੱਖੋ ਕਿ ਆਪਣੇ ਜੀਵਨ 'ਚ ਕਿਸੇ ਨਾਲ ਲੁਝੋ ਨਾ, ਝਗੜਾ ਨਾ ਕਰੋ, ਸੰਵਾਦ ਕਰੋ। ਗੁਰੂ ਨਾਨਕ ਪੂਰੀ ਜ਼ਿੰਦਗੀ ਸੰਵਾਦ ਰਚਾਉਂਦੇ ਰਹੇ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਸੰਵਾਦ ਦਾ ਆਪਣਾ ਇੱਕ ਰਸ ਹੈ ਔਰ ਇੱਕ ਸਵਾਦ ਹੈ ਜੀਵਨ ਦੇ ਅੰਦਰ। ਉਹ ਸੰਵਾਦ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂਆਤ ਕੀਤੀ। ਭਾਵੇਂ ਉਹ ਪੰਡਿਤ ਗੋਪਾਲ ਦੇ ਨਾਲ ਸੰਵਾਦ ਸੀ, ਭਾਵੇਂ ਉਹ ਬ੍ਰਜ ਲਾਲ ਪੰਡਤ ਜੀ ਨਾਲ ਸੰਵਾਦ ਸੀ, ਭਾਵੇਂ ਉਹ ਸੰਵਾਦ ਸਤਿਗੁਰੂ ਨੇ ਰਚਾਇਆ ਜਦੋਂ ਪੰਡਿਤ ਹਰਦਿਆਲ ਜੀ ਜਨੇਊ ਦੀ ਰਸਮ ਕਰਨ ਵਾਸਤੇ ਆਏ। ਔਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਇਹ ਗੱਲ ਚੱਲਦੀ ਹੈ ਜਨੇਊ ਵਾਲੀ, ਤੇ ਗੁਰੂ ਸਾਹਿਬ ਜੀ ਉਸ ਗੱਲ ਦਾ ਖੰਡਨ ਨਹੀਂ ਕਰਦੇ। ਜੇ ਖੰਡਨ ਕਰਨਾ ਹੁੰਦਾ ਤਾਂ ਉਹ ਪਹਿਲਾਂ ਹੀ ਕਹਿ ਦਿੰਦੇ ਵੀ ਇਹ ਕੰਮ ਤੁਸੀਂ ਨਾ ਕਰੋ, ਮੈਂ ਜਨੇਊ ਕੋਈ ਨਹੀਂ ਪਾਣੀ। ਬੜੀ ਸਪਸ਼ਟ ਜਿਹੀ ਗੱਲ ਹੈ। ਪੰਡਤ ਜੀ ਘਰ ਵਿੱਚ ਆਉਂਦੇ ਨੇ, ਪੂਰੀ ਤਿਆਰੀਆਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਚੱਲ ਰਹੀਆਂ ਨੇ। ਇੱਕ ਪਾਸੇ ਗੁਸਤਾਖੀ ਮਾਪ ਬੱਕਰਾ ਵੱਢ ਕੇ ਰੱਖਿਆ ਹੋਇਆ ਹੈ, ਉਹ ਰਿੰਦਾ ਪਿਆ ਹੈ। ਦੂਜੇ ਪਾਸੇ 36 ਪ੍ਰਕਾਰ ਦੇ ਭੋਜਨ ਤਿਆਰ ਹੋ ਰਹੇ ਨੇ, ਸਭ ਕੁਝ ਹੋ ਰਿਹਾ। ਗੁਰੂ ਸਾਹਿਬ ਨੇ ਨਹੀਂ ਮਨਾ ਕੀਤਾ। ਗੁਰੂ ਨਾਨਕ ਕਾਲੇ ਨਹੀਂ ਪਏ। ਅਸੀਂ ਤਾਂ 1 ਮਿੰਟ ਦੇ ਵਿੱਚ ਕਾਲੇ ਪੈ ਜਾਂਦੇ ਹਾਂ। ਇਹ ਸਿੱਖਣਾ ਅਸੀਂ ਅੱਜ ਗੁਰੂ ਨਾਨਕ ਪਾਤਸ਼ਾਹ ਤੋਂ। ਮੈਂ ਅੱਜ ਕੋਈ ਉਸ ਤਰ੍ਹਾਂ ਦੀ ਸਾਖੀਆਂ ਸੁਣਾਉਣ ਨਹੀਂ ਆਇਆ ਤੁਹਾਨੂੰ। ਮੈਂ ਕਈ ਦਿਨ ਤੋਂ ਯਤਨ ਕਰ ਰਿਹਾ ਸੀ ਵੀ ਗੁਰੂ ਸਾਹਿਬ ਜੀ ਦਾ ਤੱਤ ਕੀ ਹੈ ਸਾਡੇ ਸਾਹਮਣੇ। ਮੈਂ 15 ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਪੜ੍ਹ ਕੇ ਵੇਖਿਆ ਵੀ ਉਹਨਾਂ ਨੇ ਕੀ ਲਿਖਿਆ ਗੁਰੂ ਨਾਨਕ ਪਾਤਸ਼ਾਹ ਬਾਰੇ, ਜਿਨ੍ਹਾਂ ਨੇ PhDਆਂ ਕੀਤੀਆਂ ਗੁਰੂ ਨਾਨਕ ਤੋਂ। ਪਿਆਰ ਵਾਲਿਓ, ਉੱਥੇ ਗੁਰੂ ਨਾਨਕ ਪਾਤਸ਼ਾਹ ਦੇਵ ਪੂਜਾ, ਗ੍ਰਹਿ ਪੂਜਾ, ਉਹ ਸਭ ਕੁਝ ਪੰਡਤ ਜੀ ਕਰਦੇ ਨੇ, ਕੋਈ ਰੋਕਦੇ ਨਹੀਂ ਸਤਿਗੁਰੂ। ਸਭ ਕੁਝ ਹੋ ਜਾਂਦਾ ਹੈ। ਜਦੋਂ ਸਾਰਾ ਕੁਝ ਹੋ ਜਾਂਦਾ ਹੈ, ਤਿਆਰੀ ਹੋ ਜਾਂਦੀ ਹੈ, ਗੁਰੂ ਨਾਨਕ ਪਾਤਸ਼ਾਹ ਨੂੰ ਸੱਦਿਆ ਜਾਂਦਾ ਹੈ ਕਿ ਪੁੱਤਰ ਐਸੇ ਚੌਕੀ ਦੇ ਉੱਤੇ ਬੈਠ। ਗੁਰੂ ਸਾਹਿਬ ਉੱਥੇ ਫਿਰ ਪੁੱਛਦੇ ਨੇ ਵੀ ਚੌਕੀ ਤੇ ਕਿਉਂ ਬਹਿਣਾ। ਕਹਿੰਦੇ ਹੁਣ ਤੂੰ ਨਾ 9-10 ਸਾਲਾਂ ਦਾ ਹੋ ਗਿਆ ਤੇ ਖੱਤਰੀਆਂ ਦਾ ਧਰਮ ਅਪਣਾਉਣਾ ਹੈ ਤੇ ਉਸ ਵਾਸਤੇ ਜਨੇਊ ਪਾਉਣਾ ਪੈਣਾ ਹੈ। ਗੁਰੂ ਸਾਹਿਬ ਜੀ ਉੱਥੇ ਬੈਠੇ, ਗੱਲਬਾਤ ਹੋਈ। ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹ ਜਿਹੜਾ ਜਨੇਊ ਪੰਡਤ ਜੀ ਤੁਸੀਂ ਤਿਆਰ ਕੀਤਾ ਹੈ, ਇਹ ਮੈਂ ਗਲੇ ਵਿੱਚ ਪਾ ਲਵਾਂਗਾ, ਪਰ ਇਸ ਨੂੰ ਪਾਉਣ ਦੇ ਨਾਲ ਕੀ ਜੀਵਨ ਵਿੱਚ ਸੰਤੋਖ ਆ ਜਾਂਦਾ ਹੈ, ਕੀ ਦਇਆ ਜੀਵਨ 'ਚ ਪੈਦਾ ਹੁੰਦੀ ਹੈ, ਕੀ ਸੱਚ ਆ ਜਾਂਦਾ ਹੈ, ਉੱਚਾ ਆਚਰਣ ਮਨੁੱਖ ਦਾ ਬਣ ਜਾਂਦਾ ਹੈ। ਗੁਰੂ ਬਾਬਾ ਜੀ ਨੇ ਇਹ ਗੱਲਾਂ ਸਾਹਮਣੇ ਰੱਖੀਆਂ।
ਹੁਣ ਪੰਡਤ ਜੀ ਦੇ ਅੰਦਰ ਇੱਕ ਡਰ ਪੈਦਾ ਹੋਇਆ, ਸਹਿਮ ਪੈਦਾ ਹੋਇਆ ਵੀ ਅੱਜ ਪਹਿਲੀ ਵਾਰ ਹੈ ਜਿਸ ਕਿਸੇ ਨੇ ਮੇਰੇ ਅੱਗੋਂ ਇਹ ਗੱਲ ਰੱਖੀ ਹੈ ਵੀ ਇਹ ਜਨੇਊ ਪਹਿਨਣ ਦੇ ਨਾਲ ਦਇਆ ਪੈਦਾ ਹੋ ਜਾਂਦੀ ਹੈ, ਧਰਮ ਦਾ ਜਨਮ ਹੁੰਦਾ ਹੈ, ਖਿਮਾ ਆ ਜਾਂਦੀ ਹੈ, ਸਤ ਸੰਤੋਖ, ਇਹਦੇ ਵਿੱਚੋਂ ਕੋਈ ਗੁਣ ਇਸ ਚੋਂ ਮਿਲਦੇ ਨੇ। ਆਓ ਕਿਸ ਕਿਰਿਆ ਕਰਨ ਦੇ ਨਾਲ ਜੀਵਨ 'ਚ ਕੋਈ ਤਬਦੀਲੀ ਆਉਂਦੀ ਹੈ। ਮੇਨ ਗੱਲ ਹੈ ਤਬਦੀਲੀ ਜੀਵਨ 'ਚ। ਧਰਮ ਦਾ ਅਰਥ ਹੈ ਤਬਦੀਲੀ। ਔਰ ਗੁਸਤਾਖੀ ਮਾਫ ਜਿਹੜੇ ਲੋਕ ਅੱਜ ਧਰਮ ਦੇ ਚਿੰਨ੍ਹ ਧਾਰਨ ਕਰੀ ਫਿਰਦੇ ਨੇ ਔਰ ਜੀਵਨ 'ਚ 60 ਸਾਲ ਹੋ ਗਏ ਨੇ, ਤਬਦੀਲੀ ਕੋਈ ਨਹੀਂ ਹੋਈ ਤੇ ਧਾਰਮਿਕ ਕੋਈ ਨਹੀਂ ਬਣਿਆ ਜੀ। ਇਹ ਵੀ ਮੈਂ ਸੱਚ ਕਹਿ ਦਿੰਦਾ। ਜੇ ਜੀਵਨ 'ਚ ਕੋਈ ਤਬਦੀਲੀ ਨਹੀਂ, ਜੀਵਨ 'ਚ ਕੋਈ ਬਦਲਾਵ ਨਹੀਂ, ਕੋਈ ਕ੍ਰਾਂਤੀ ਨਹੀਂ, ਤੇ ਅਜੇ ਉਹ ਸਿੱਖ ਨਹੀਂ ਹਨ। ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਕਹਿਣਾ ਕਿ ਪੰਡਤ ਜੀ ਵੀ ਮੈਂ ਧਾਰਨ ਕਰ ਲਾਂਗਾ ਜ਼ਰੂਰ, ਪਰ ਕਿ ਇਸ ਦੇ ਨਾਲ ਇਹ ਗੁਣ ਆ ਜਾਂਦੇ ਨੇ। ਹੁਣ ਕਿਉਂਕਿ ਉਹ ਗੁਣ ਪੰਡਤ ਵਿੱਚ ਵੀ ਨਹੀਂ, ਸਤਿਗੁਰ ਦੇਖ ਰਹੇ ਨੇ। ਕਿਉਂਕਿ ਗੁਰੂ ਸਾਹਿਬ ਉਸ ਨਗਰ 'ਚ ਹੀ ਰਹਿੰਦੇ ਨੇ, ਉਸ ਨਗਰ ਦਾ ਰਹਿਣ ਵਾਲਾ ਪੰਡਤ ਹੈ। ਰੋਜ਼ ਮੇਲ ਮਿਲਾਪ ਹੁੰਦਾ ਹੀ ਹੋਣਾ ਸਤਿਗੁਰੂ ਜੀ ਦਾ, ਉਹਦੀਆਂ ਰੋਜ਼ ਚਰਚਾਵਾਂ ਹੁੰਦੀਆਂ ਹੋਣਗੀਆਂ। ਅੱਜ ਦੇ ਬਾਬਿਆਂ ਦੀਆਂ ਚਰਚਾ ਘੱਟ ਨਹੀਂ ਹੁੰਦੀਆਂ। ਟੀਵੀ ਤੇ ਰੋਜ਼ ਕੋਈ ਨਾ ਕੋਈ ਬਾਬੇ ਦੀ ਚਰਚਾ ਆ ਜਾਂਦੀ ਕਿ ਫਲਾਣਾ ਬਲਤਕਾਰੀ ਹੈ, ਫਲਾਣਾ ਵਿਵਚਾਰੀ। ਅੱਜ ਵੀ ਹੁੰਦਾ ਹੈ ਨਾ, ਉਸਦੇ ਆਚਰਣ ਬਾਰੇ ਤਾਂ ਅੱਜ ਵੀ ਪਤਾ ਲੱਗਦਾ ਟੀਵੀਆਂ ਤੋਂ ਸਾਨੂੰ। ਉਸ ਵੇਲੇ ਜੋ ਟੀਵੀ ਦੀ ਥਾਂ ਤੇ ਦੂਜਾ ਸਿਸਟਮ ਸੀ, ਉਸ ਵੇਲੇ ਕੰਨ ਟੂ ਕੰਨ ਪ੍ਰਚਾਰ ਹੁੰਦਾ ਸੀ। ਸਮਾਚਾਰ ਕੰਨ ਟੂ ਕੰਨ ਸੀ, ਇੱਕ ਕੰਨ ਤੋਂ ਦੂਜੇ ਕੰਨ 'ਚ ਪਾਏ ਜਾਂਦੇ ਸਨ ਸਮਾਚਾਰ ਜੋ ਪੁਰਾਤਨ ਸਮਾਂ ਸੀ ਨਾ, ਇੱਕ ਕੰਨ ਨੇ ਦੂਜੇ ਕੰਨ 'ਚ ਪਾ ਦਿੱਤੇ, ਇੱਕ ਮੁਖ ਤੋਂ ਦੂਜੇ ਮੁਖ ਨੇ ਦੂਜੇ ਕੰਨ ਦੇ ਵਿੱਚ ਪਾ ਦਿੱਤੇ। ਉਹ ਅੱਗੇ ਅੱਗੇ ਸਾਰੀਆਂ ਖਬਰਾਂ ਫੈਲਦੀਆਂ ਹੀ ਸਨ ਨਾ ਉਸ ਵੇਲੇ ਵੀ। ਹੁਣ ਜਦੋਂ ਇਹ ਗੱਲ ਆਖੀ ਗੁਰੂ ਨਾਨਕ ਪਾਤਸ਼ਾਹ ਜੀ ਨੇ, ਪੰਡਤ ਜੀ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਕਿ ਇਹ ਕਿਹੜੀਆਂ ਗੱਲਾਂ ਕਰਦਾ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੇਖੋ ਪਿਆਰਾ ਸਿਧਾਂਤ, ਪੰਡਤ ਜੀ ਨੂੰ ਕਹਿੰਦੇ ਨੇ ਕਿ ਇਸ ਜਨੇਊ ਨੂੰ ਪੈਣ ਨਾਲ ਹੋ ਕੀ ਜਾਂਦਾ ਹੈ। ਕਹਿੰਦੇ ਮਨੁੱਖ ਧਰਮੀ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਵੀ ਮੇਰੀ ਭੈਣ ਮੇਰੇ ਤੋਂ 5 ਸਾਲ ਵੱਡੀ ਹੈ, ਕਿ ਉਹ ਧਰਮੀ ਨਹੀਂ ਬਣਨੀ ਹੋਏਗੀ। ਉਸਦੇ ਕੋਲ ਤਾਂ ਇਹ ਜਨੇਊ ਨਹੀਂ ਹੈ। ਮੇਰੀ ਮਾਤਾ ਦੇ ਗਲੇ ਵਿੱਚ ਵੀ ਮੈਂ ਜਨੇਊ ਨਹੀਂ ਵੇਖਿਆ। ਵੀ ਇਹ ਕਿਹੋ ਜਿਹਾ ਧਰਮ ਹੈ ਤੁਹਾਡਾ ਕਿ ਜੋ ਮੇਰੇ ਵਾਸਤੇ ਹੈ, ਮੇਰੀ ਭੈਣ ਵਾਸਤੇ ਨਹੀਂ ਹੈ, ਮੇਰੀ ਮਾਤਾ ਵਾਸਤੇ ਵੀ ਨਹੀਂ ਹੈ। ਵੀ ਐਸਾ ਕੈਸਾ ਧਰਮ ਹੈ ਕਿ ਇਸਤਰੀ ਵਾਸਤੇ ਨਹੀਂ ਹੈ, ਪੁਰਸ਼ ਵਾਸਤੇ ਹੈ। ਇੱਕ ਹੋਰ ਦਾਸ ਬੇਨਤੀ ਕਰੇ, ਉਨਾ ਚਿਰ ਕੋਈ ਪੁਰਸ਼ ਧਰਮੀ ਨਹੀਂ ਹੋ ਸਕਦਾ ਜਿੰਨਾ ਚਿਰ ਇਸਤਰੀ ਮਾਂ ਦੇ ਰੂਪ ਦੇ ਵਿੱਚ ਧਰਮੀ ਨਹੀਂ ਹੈ। ਗੁਸਾਖੀ ਮਾਫ ਕਰਨਾ, ਵਿਚਾਰ ਨੂੰ ਬਰੋਡ ਮਾਈਂਡਡ ਹੋ ਕੇ ਸੁਣਨਾ। ਜਿੰਨਾ ਚਿਰ ਮਾਂ ਧਰਮੀ ਨਹੀਂ, ਬੱਚਾ ਧਰਮੀ ਨਹੀਂ ਹੋ ਸਕਦਾ। ਧਰਮ ਜ਼ਿਆਦਾ ਲੋੜ ਹੈ ਮਾਂ ਨੂੰ, ਕਿਉਂਕਿ ਮਾਂ ਨੇ ਬੱਚੇ ਨੂੰ ਪਾਲਣਾ ਹੈ, ਗਰਭ ਦੇ ਵਿੱਚ ਪਾਲਣਾ ਹੈ। ਜਨਮ ਲੈਣ ਤੋਂ ਬਾਅਦ ਮਾਂ ਦਾ ਜ਼ਿਆਦਾ ਨੇੜਤਾ ਰਹਿੰਦੀ ਹੈ ਬੱਚਿਆਂ ਨਾਲ, ਪਿਤਾ ਨਾਲ। ਪਿਤਾ ਕਾਰੋਬਾਰੀ ਹੈ, ਕੰਮ ਕਾਜ ਕਰਦਾ ਹੈ। ਗੁਰੂ ਸਾਹਿਬ ਦੀ ਵਿਚਾਰਧਾਰਾ ਬੜੀ ਕਮਾਲ ਦੀ ਜੀ। ਪਰ ਮਾਂ ਕੋਲ ਤਾਂ ਜਨੇਊ ਨਹੀਂ, ਭੈਣ ਕੋਲ ਜਨੇਊ ਨਹੀਂ। ਹੁਣ ਤੁਸੀਂ ਕਹਿੰਦੇ ਹੋ ਕਿ ਧਰਮ ਦੇ ਵਿੱਚ ਦਾਖਲਾ ਹੈ, ਫਿਰ ਮੇਰੀ ਭੈਣ ਦਾ ਦਾਖਲਾ ਕਿਉਂ ਨਹੀਂ ਹੈ? ਮੇਰੀ ਮਾਂ ਕਿਉਂ ਨਹੀਂ ਦਾਖਲ ਹੋਈ ਧਰਮ ਦੇ ਅੰਦਰ? ਵੀ ਉਹ ਧਰਮ ਤੋਂ ਬਿਨਾਂ ਹੀ ਚਲੀ ਜਾਏਗੀ ਸੰਸਾਰ ਤੋਂ। ਮੇਰੀ ਭੈਣ ਵੀ ਧਰਮ ਤੋਂ ਬਿਨਾਂ ਚਲੀ ਜਾਏ। ਕਿਉਂਕਿ ਇਹ ਗੱਲ ਸਮਝ ਲੈਣਾ ਗੁਰਸਿੱਖੋ, ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਵਾਈ। ਪੁਰਖ ਇੱਕ ਅਕਾਲ ਪੁਰਖ ਵਾਹਿਗੁਰੂ। ਅਸੀਂ ਸਾਰੀਆਂ ਇਸਤਰੀਆਂ ਨੇ, ਭਾਵੇਂ ਉਹ ਮਰਦ ਨੇ ਭਾਵੇਂ ਇਸਤਰੀ ਹੈ, ਪਰ ਸਾਡਾ ਸਭਨਾਂ ਦਾ ਜੋ ਪੁਰਖ ਹੈ, ਸਾਡਾ ਜੋ ਪਤੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਅਸੀਂ ਸਭ ਇਸਤਰੀਆਂ, ਇਸਤਰੀ ਰੂਪ ਚੇਰੀ ਕੀ ਨਿਆਈ। ਅਸੀਂ ਸਭ ਪਰਮਾਤਮਾ ਦੀਆਂ ਚੇਲੀਆਂ ਨੇ, ਅਸੀਂ ਸਭ ਇਸਤਰੀਆਂ ਨੇ। ਗੁਰੂ ਸਾਹਿਬ ਜੀ ਜਦੋਂ ਇੱਥੇ ਗੱਲ ਕਰਦੇ ਨੇ, ਔਰ ਉਸ ਵੇਲੇ ਜਦੋਂ ਇਸ ਤਰ੍ਹਾਂ ਦਾ ਜਨੇਊ ਧਾਰਨ ਕਰਨ ਤੋਂ ਪੰਡਤ ਜੀ ਦਾ ਹੱਥ ਰੋਕ ਲੈਂਦੇ ਨੇ, ਹੱਥ ਫੜ ਕੇ ਕਹਿੰਦੇ ਨੇ ਕਿ ਮੈਂ ਇਹ ਜਨੇਊ ਨਹੀਂ ਪਾਣਾ। ਜੇ ਇਹ ਜਨੇਊ ਹੈ ਜਿਹੜੀ ਗੱਲ ਮੈਂ ਤੁਹਾਡੇ ਨਾਲ ਕੀਤੀ, ਫਿਰ ਮੇਰੇ ਗਲ 'ਚ ਪਾ ਦਿਓ।
उस वेले गुरु साहब जी ने फिर वो रब्बी पैगाम सारी लोकाई विच जिहड़े उस वेले बैठे ने, गुरु साहब जी का मकसद भी यही सी। दास बेनती करे, प्रचार का अर्थ है कि संगत इकट्ठी होवे ते संगत नूं सच दस्या जाए। हुण जे गुरुद्वारे च कोई बंदा होवे ना, तुसीं बोली जाओ, किनू कंधां नूं सुणाना, पखियां नूं सुणाना, किनू सुना रहे हो तुसीं? ज्ञान संगत वास्ते है, गुरु की विचारधारा संगत वास्ते है, साढ़े सारियां दे वास्ते है। इस करके गुरु साहब ने वेख्या भी जी मैं पहले ही मना कर दांगा तो कल्ले पंडित नूं ते गल समझ आ सकती, बाकी नूं गल समझ कोई नहीं आनी। भी जी पहले ही आपां गल कह दी ना भी मैं नहीं पाउणा, तो बाकी नूं ते कोई समझ नहीं आनी। गल समझाना तो मानवता नूं है, समझाना तो मनुखता नूं है ना, सारियां नूं समझाना। प्यार वाले सच जानना, इस तरीके दे नाल गुरु नानक पातशाह उत्थे ये धर्म की बात रखते हैं और कहते हैं कि दया कपाह संतोख सूत जत गंडी सतवट यह जनेऊ जी का है ही ता पांडे कर, जे हैगा तो कत के ना मेरे गले च पा दे, मैं प्रवान कर लाँगा। ना यह टूटै ना मन लगै, ना यह जलै ना जाए, धन सो मानस नानका जो गल चलै पाए। कहते ये जिन्हों जेड़ा भी मनुख पा लेगा वो धनता के योग बन जाएगा, पर तेरे कोल है तो पा दे मैनू। हुण पंडित जी कोल तो जनेऊ है नहीं है, वो कित्थों पावे? पंडित कोल तो जो जनेऊ है, जो रिश्तेदार ने उन्होंने कोल जो जनेऊ वो पा के बैठे ने ना, उन्हों का जनेऊ तो इतना ही समझा जाता सी कि आए हैं पार्टी सार्टी होएगी, कूह बकरा रिन खाया सबको आखै पाए, बकरा खावांगे तो कह देवांगे बधाई होवे तुहानू, इतनी गल सी ना। साडे भी तो यही कुछ चल रहा है, बच्चों का ब्याह होंदा तां बधाइयां होण जी तुहानू, बकरे खा के बधाइयां हो रही ने, शराबा पी के बधाइयां हो रही ने, बच्चे का अमृत संस्कार हो रहा तां कई घरां दे शराबा चल रही ने, बच्चे ने अमृत छकिया जी बधाई होवे तुहानू, कोई पार्टी सोर्टी दो कोई, यही धर्म जी। गुरु साहब जी ने वो क्रांति खड़ी की इस वेले और वो गल्लां सारियां सामने रखियां। गुरु साहब जी ने कहा कि तुसी ये जनेऊ पांदे हो, इस जनेऊ का की शरीर के इंद्रां नूं कोई फायदा है? तग ना इंद्री तग ना नारी, भी किसी इंद्री नूं जनेऊ पाया गया, तग ना अखी अखां नूं जनेऊ पाया गया, भी ये अखां अज तो बाद विकार तकना बंद कर देणगियां। खालसा जी दास बेनती करे जिहड़े अमृत छकदे ने ये गल्लां ते गौर करन होवे और ये गल्लां उन्हां नूं दस्सियां जाण कि धर्म की सच्चाई ये है जो तुसी समझी बैठे हो। वो धर्म की सच्चाई नहीं कि कल्ला जो किरपान पा लई अमृत छक के बधाइयां लै लईयां, नहीं। इन्हां गल्लां दे उत्ते पहरा देना सिख ने। ये केवल उस वेले की गल नहीं चल रही, ये सदीप काली ज्ञान है। साहिब मेरा नीत नवा दास ने शुरुआत इत्थों की है। इस करके ही महाराज कहने जियो डरत है आपना कैस्यों करी पुकार, जिंद डरदी क्योंकि समंदर जिहड़ा है ना, संसार समंदर ये दुखां दा घर है, इत्थे हर वेले डोलन का खतरा है। इस करके गुरसिख अपनी गुरसिखी का भी कभी दावा नहीं करता कि गुरसिख होए बड़े चढ़ती कला वाले। किसी ने कहा कि थोड़ा जीवन बड़ा पवित्र है, कहने का नहीं, जितना अंत समा आया ना तो दाड़ी ते हथ फेर के कहते हैं कि अज गुरु की कृपा हुई है, जीवन सफला हो गया। कहते उस दिनों तो तुसी ना करते सी, कहते पता नहीं कदों डोल जाते, इस करके अज हुण तुर चले हाँ तो हुण गुरु साहब ने कृपा करके रख लिया। हुण कह रहे हैं कि हुण जीवन सफला, उच्चारण करो सतनाम। क्योंकि पता नहीं ना जीवन में कबीर गर्व ना कीजिए रंक ना हसिया कोय, अजो सो नाव समंध में क्या जानो क्या होए। कोई पता नहीं किस वेले कोई धर्मी भी डोल जाए। तुसी प्रोफैसर गंगा सिंह का मैटर पढ़ो, उसदियां किताबां पढ़ो, एडा विद्वान सज्जन सिक्खी दे अंदर ते इंग्लैंड जाके वो भी डोल गया सी। और जदों संत अतर सिंह की ना इन्हां दी संगतां प्राप्त होईयां, इन्हां दे नाल बैठिया, तां उस वेले भाई वीर सिंह वर्गियां दी संगत दे विच
ਉਦੋਂ ਫਿਰ ਮਾਫੀ ਮੰਗ ਕੇ ਕਹਿੰਦਾ ਹੈ ਕਿ ਵਾਕਈ ਕਦੀ ਆਪਣੇ ਗਿਆਨ ਦਾ, ਆਪਣੀ ਸਿੱਖੀ ਦਾ ਮਾਣ ਤੇ ਹੰਕਾਰ ਨਹੀਂ ਕਰਨਾ ਚਾਹੀਦਾ। ਪਤਾ ਨਹੀਂ ਕਿਸ ਵੇਲੇ ਬੰਦਾ ਡੋਲ ਜਾਏ, ਕੋਈ ਪਤਾ ਨਹੀਂ ਲੱਗਦਾ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਮਿਸ਼ਨ ਨੂੰ ਅੱਗੇ ਤੋਰਿਆ। ਮੌਲਾਨਾ ਕੁਤਬਉੱਦੀਨ ਵਰਗਿਆਂ ਨੂੰ ਸੱਚ ਦੇ ਸੰਵਾਦ ਕੀਤੇ। ਗੁਰੂ ਸਾਹਿਬ ਜੀ 18 ਸਾਲ ਦੇ ਹੋਏ ਗ੍ਰਸਤ ਜੀਵਨ ਨੂੰ ਪ੍ਰਵਾਨਗੀ ਦਿੱਤੀ। ਗੁਰੂ ਸਾਹਿਬ ਨੇ ਉਸ ਨੂੰ ਤੇ ਨਾ ਕੀਤੀ। ਸਗੋਂ ਗੁਰੂ ਨਾਨਕ ਦੇ ਮੁਤਾਬਿਕ ਤਾਂ ਗ੍ਰਸਤੀ ਹੋਣਾ ਲਾਜ਼ਮੀ ਹੈ, ਕਿਉਂਕਿ ਜਿਹੜੇ ਲੋਕ ਗ੍ਰਸਤੀ ਨਹੀਂ ਸਨ ਉਸ ਨੂੰ ਬਾਬਾ ਨਾਨਕ ਕਹਿੰਦੇ ਰਹੇ ਅਤੀਤ ਗ੍ਰਸਤ ਤਜ ਉਨਹੂ ਕੇ ਘਰ ਮੰਗਣ ਜਾਈ। ਵੀ ਘਰ-ਬਾਰ ਛੱਡ ਕੇ ਤੁਸੀਂ ਅਤੀਤ ਹੋ ਗਏ ਹੋ ਤੇ ਉਹਨਾਂ ਦੇ ਘਰ ਮੰਗਣ ਜਾਂਦੇ, ਉਹਨਾਂ ਨੂੰ ਨਾਲ ਮਿਲਦੇ ਹੋ। ਤੁਸੀਂ ਧਰਮੀ ਹੋਣ ਦੇ ਨਾਲ ਗ੍ਰਸਤੀ ਹੋਣਾ। ਆਪ ਜੀ ਦੇ 2 ਸੰਤਾਨਾਂ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਸੱਚੇ ਸੌਦੇ ਵਾਲੀ ਗੱਲ ਜੋ ਗੁਰੂ ਸਾਹਿਬ ਜੀ ਨੇ ਕੀਤੀ ਉਹ ਬੜੀ ਪਿਆਰੀ ਗੱਲ ਸੀ। ਗੁਰੂ ਸਾਹਿਬ ਜੀ ਜਿਹੜੇ ਲੋਕ ਸਾਧੂ ਸੰਤ ਇੱਕ ਵੱਖਰਾ ਬਾਣਾ ਪਾ ਕੇ ਔਰ ਆਪਣੇ ਆਪ ਨੂੰ ਸਮਾਜ ਤੋਂ ਵੱਖਰਾ ਰੱਖਦੇ ਸਨ ਔਰ ਸਮਾਜ ਕੋਲੋਂ ਮੰਗ ਖਾਂਦੇ ਸਨ, ਸਤਿਗੁਰ ਨੇ ਨਾਲ ਤੇ ਉਹਨਾਂ ਨੂੰ ਲੰਗਰ ਛਕਾਇਆ। ਕਿਉਂਕਿ ਸੰਤ ਰੇਣ ਜਿਹੜਾ ਸਾਧੂ ਉਹਨਾਂ ਦਾ ਮੁਖੀ ਸੀ, ਉਹਦਾ ਜੀਵਨ ਥੋੜਾ ਥੋੜਾ ਘੜਿਆ ਗਿਆ ਸੀ। ਗੁਰੂ ਸਾਹਿਬ ਨੇ ਸੋਚਿਆ ਵੀ ਇਸ ਦਾ ਜੀਵਨ ਕੁਝ ਘਾੜਤ ਵਾਲੇ ਪਾਸੇ ਹੈ ਤੇ ਚੰਗਾ ਹੋਵੇ ਇਸ ਨੂੰ ਸਹੀ ਰਸਤਾ ਦੱਸ ਦਈਏ। ਆਓ ਕਿ ਰਸਤੇ ਤੇ ਤੁਰਨਾ ਤਾਂ ਚਾਹੁੰਦਾ ਹੈ ਪਰ ਰਸਤਾ ਵੀ ਚੰਗਾ ਹੋਣਾ ਚਾਹੀਦਾ। ਗੁਰੂ ਸਾਹਿਬ ਜੀ ਨੇ ਉਹਨੂੰ ਕਿਹਾ ਵੀ ਇੱਕ ਕੰਮ ਕਰੋ ਜੀਵਨ 'ਚ, ਵੀ ਕਿਰਤ ਕਰੋ, ਨਾਮ ਜਪੋ, ਬਣ ਸਕੋ ਤੇ ਇਹ ਉਪਦੇਸ਼ ਆਪ ਵੀ ਕਮਾਓ, ਦੂਜਾ ਤੱਕ ਵੀ ਪਹੁੰਚਾਓ। ਔਰ ਜਿਹੜੀ ਗੱਲ ਆਪਾਂ ਕਹਿੰਦੇ ਨੇ ਗੁਰੂ ਸਾਹਿਬ 20 ਰੁਪਏ ਦਾ ਲੰਗਰ ਛਕਾ ਕੇ ਆ ਗਏ, ਗੁਰਸਿੱਖੋ ਇਹ ਗੱਲ ਨਹੀਂ ਸੀ। 7 ਰੁਪਏ ਦਾ ਲੰਗਰ ਛਕਾਇਆ ਸੀ, ਬਾਕੀ ਸਾਰਾ ਉਹ ਸੰਤ ਰੇਣ ਤੇ ਉਹਨਾਂ ਸੰਤਾਂ ਦੇ ਵਿੱਚ ਵੰਡ ਕੇ ਗਿਆ ਸੀ। ਇਹਦੇ ਨਾਲ ਕਿਰਤ ਕਰਨੀ ਹੈ। ਅਸੀਂ ਕਹਿੰਦੇ ਨੇ 20 ਰੁਪਏ ਦੀ FD ਕਰਾ ਦਿੱਤੀ ਜੀ, ਲੰਗਰ ਚੱਲ ਰਹੇ ਨੇ 20 ਰੁਪਏ ਦੇ। ਗੁਰੂ ਸਾਹਿਬ ਜੀ ਨੇ ਕਿਰਤ ਨੂੰ ਮਹਾਨਤਾ ਦਿੱਤੀ ਸੀ ਉੱਥੇ ਵੀ ਕਿਰਤ ਕਰੋਗੇ ਤਾਂ ਲੰਗਰ ਚਲਾ ਸਕਦੇ। ਤੁਸੀਂ ਖਾਲਸਿਓ ਜੇ ਤੁਹਾਡੇ ਕੋਲ ਕਿਰਤ ਨਹੀਂ ਹੋਏਗੀ, ਕੰਮ ਨਹੀਂ ਹੋਏਗੀ, ਕਿਵੇਂ ਲੰਗਰ ਚਲਾਓਗੇ ਤੁਸੀਂ? ਤੁਹਾਡੇ ਕੋਲ ਪੈਸਾ ਨਹੀਂ ਹੋਏਗਾ। ਮੰਗ ਖਾਣਾ ਨਹੀਂ ਬਣਾਇਆ ਸਿੱਖ ਕੌਮ ਨੂੰ ਗੁਰੂ ਨਾਨਕ ਨੇ। ਉਹਨਾਂ ਨੂੰ ਕਿਹਾ ਤੁਸੀਂ ਕਿਤੇ ਧਰਮ ਦਾ ਪ੍ਰਚਾਰ ਕਰੋ ਲੋਕਾਂ ਵਿੱਚ ਜਾ ਕੇ, ਦੂਜੀ ਗੱਲ ਇਸ ਪੈਸੇ ਨਾਲ ਕਿਰਤ ਕਰੋ। ਔਰ ਇਸ ਗੱਲ ਤੇ ਮੈਂ ਗੁਰਸਿੱਖੋ ਕਹਿ ਦਿੰਦਾ ਕਿ ਅੱਜ ਇਹ ਗੱਲ ਤੋਂ ਸਿੱਖ ਕੌਮ ਥਿੜਕੀ ਹੋਈ ਹੈ ਕਿ 20 ਰੁਪਏ ਦਾ ਸੱਚਾ ਸੌਦਾ ਕਰਕੇ ਆ ਗਏ ਬਾਬਾ ਨਾਨਕ ਜੀ। ਜੇ ਇਸ ਗੱਲ ਨੂੰ ਖਾਲਸਾ ਪੰਥ ਸਮਝ ਲੈਂਦਾ ਤੇ ਅੱਜ ਤੁਹਾਡੇ ਕੋਲ ਫੈਕਟਰੀਆਂ ਹੁੰਦੀਆਂ, ਤੁਹਾਡੇ ਆਪਣੇ ਸਕੂਲ ਹੁੰਦੇ, ਤੁਹਾਡੇ ਕਾਲਜ ਹੁੰਦੇ, ਤੁਹਾਡੀ ਯੂਨੀਵਰਸਿਟੀਆਂ ਹੁੰਦੀਆਂ, ਤੁਹਾਡੇ ਕੋਲ ਵੱਡੇ ਵੱਡੇ ਕਾਰੋਬਾਰ ਹੁੰਦੇ, ਤੁਸੀਂ ਆਪਣੇ ਅੰਮ੍ਰਿਤਧਾਰੀ ਬੱਚਿਆਂ ਨੂੰ ਉਹਨਾਂ ਵਿੱਚ ਕੰਮ ਦਿੰਦੇ। ਹੈ ਤੁਹਾਡੇ ਕੋਲ? ਗੁਸਤਾਖੀ ਮਾਫ਼ ਕਰਨਾ, ਮੈਂ ਇੱਕ ਸੱਚ ਕਹਿ ਰਿਹਾ ਕਿ ਅਸੀਂ ਕੀ ਇਸ ਤਰ੍ਹਾਂ ਕੀਤਾ। ਇਸ ਦੇ ਪਿੱਛੇ ਇਹ ਸਿਧਾਂਤ ਸੀ ਕਿ ਕਿਰਤ ਨੂੰ ਖੜਾ ਕਰੋ। ਅਸੀਂ ਕਰ ਰਹੇ ਹਾਂ ਕਿਰਤ ਨੂੰ ਖੜਾ। ਕਿੰਨੀ ਫੈਕਟਰੀਆਂ ਲਾਈਆਂ ਖਾਲਸਿਆਂ ਨੇ, ਕਿਤਨੇ ਆਪਣੇ ਬੱਚਿਆਂ ਨੂੰ ਕਾਰੋਬਾਰ ਦਿੱਤੇ ਨੇ। ਇਸ ਦਾ ਅਰਥ ਹੈ ਕਿ ਅਸੀਂ ਸਿੱਖੀ ਦਾ ਜੋ ਅੰਦਰੀ ਵਿਗਿਆਨ ਹੈ ਨਾ, ਉਹ ਅਸੀਂ ਅਜੇ ਤੱਕ ਲੋਕਾਂ ਦੇ ਸਾਹਮਣੇ ਵੰਡਿਆ ਨਹੀਂ। ਮੈਂ ਬੇਨਤੀ ਕਰਾਂ, ਇਹ ਗਿਆਨ ਸਿੱਖ ਹੋਵੇ ਭਾਵੇਂ ਗੈਰ ਸਿੱਖ ਹੋਵੇ, ਜਿਹੜਾ ਵੀ ਆਪਣੇ ਪਰਿਵਾਰ ਦੇ ਵਿੱਚ ਲੈ ਜਾਏਗਾ ਨਾ, ਉਹਦਾ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। ਜਿਹੜਾ ਕਿਰਤ ਨੂੰ ਪਹਿਲ ਦੇਏਗਾ, ਜਿਹੜਾ ਜੀਵਨ ਵਿੱਚ ਨਾਮ ਨੂੰ ਪਹਿਲ ਦੇਗਾ, ਜਿਹੜਾ ਵੰਡ ਸਕਣ ਦੇ ਉੱਤੇ ਯਕੀਨ ਕਰੇਗਾ। ਗੁਰੂ ਸਾਹਿਬ ਨੇ ਉੱਥੇ 3 ਸਿਧਾਂਤ, ਭਾਵੇਂ ਇਸ ਗੱਲ ਦੇ ਪਿੱਛੇ ਗੁਰੂ ਨਾਨਕ ਪਾਤਸ਼ਾਹ ਨੂੰ ਚਪੇੜ ਖਾਣੀ ਪਈ ਸੀ, ਪਰ ਮੈਂ ਕਹਿੰਦਾ ਧੰਨ ਹੈ ਗੁਰੂ ਨਾਨਕ ਤੋਂ, ਚਪੇੜ ਖਾ ਕੇ ਵੀ ਆਪਣੇ ਪਿਤਾ ਨਾਲ ਗੁੱਸੇ ਨਹੀਂ ਹੋਇਆ। ਅੱਜ ਦੇ ਬੱਚੇ ਤੇ ਜੇ ਮਾਂ ਡਾਂਟ ਦੇਵੇ ਤੇ ਬੋਲਦੇ ਨਹੀਂ, ਮਾਫ਼ ਕਰਨਾ ਮੈਨੂੰ, ਜੇ ਪਿਓ ਕੁਝ ਕਹਿ ਦੇ ਤੇ ਗੱਲ ਨਹੀਂ ਕਰਦੇ। ਇਹੀ ਹੈ ਨਾ ਸਾਡਾ ਸਮਾਜ ਦਾ ਹਾਲਾਤ। ਅਸੀਂ ਉੱਥੋਂ ਸਿੱਖੀਏ ਕੁਝ। ਅੱਜ ਮੈਂ ਇਹ ਸਿੱਖਣ ਦੀਆਂ ਗੱਲਾਂ ਕਰਨ ਵਾਸਤੇ ਸਟੇਜ ਤੇ ਬੈਠਿਆ ਵੀ ਆਪਾਂ ਕੁਝ ਧਰਮ ਦਾ ਥੋੜਾ ਸਾ ਅਧਿਐਨ ਕਰ ਲਈਏ ਵੀ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਕੀ ਰਿਹਾ। ਸਾਖੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਦਾਸ ਸੁਣਾ ਜਾਂਦਾ ਤੁਹਾਨੂੰ, ਪਰ ਗੱਲ ਇਹ ਹੈ ਕਿ ਆਪਾਂ ਉਸ ਦੇ ਵਿੱਚੋਂ ਸਿੱਖ ਕੀ ਰਹੇ ਹਾਂ। ਇਤਨੇ ਸਾਲ ਹੋ ਗਏ ਸਾਨੂੰ ਕਿ ਉਹ ਸਾਡੇ ਪਰਿਵਾਰ ਵਿੱਚ ਜੋ ਅੱਜ ਅਸੀਂ ਗੁਰਪੁਰਬ ਮਨਾਉਣ ਇਕੱਠੇ ਹੋਏ ਕਿ ਸਾਡੇ ਘਰ ਵਿੱਚ ਇਹ ਗੱਲਾਂ ਹੈਗੀਆਂ ਵੀ ਸਾਡੇ ਬੱਚੇ ਇਸ ਤਰ੍ਹਾਂ ਕਰ ਰਹੇ ਨੇ।
ਗੁਰੂ ਨਾਨਕ ਪਾਤਸ਼ਾਹ ਨੇ ਕੋਈ ਗਿੱਲਾ ਨਹੀਂ ਕੀਤਾ ਆਪਣੇ ਪਿਤਾ ਨੂੰ, ਕਿਹਾ ਤੁਸੀਂ ਆਪਣੀ ਥਾਂ ਤੇ ਸੱਚੇ ਹੋ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਪਿਤਾ ਜੀਓ ਤੁਸੀਂ ਆਪਣੀ ਥਾਂ ਤੇ ਸੱਚੇ ਹੋ ਕਿ ਹਰ ਇੱਕ ਪਿਤਾ ਦੀ ਇਹ ਉਮੀਦ ਹੁੰਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਕਾਰੋਬਾਰ ਵਾਸਤੇ 20 ਦੇਵਾਂ ਤੇ ਉਹ 40 ਕਮਾ ਕੇ ਮੈਨੂੰ ਦੇਵੇ। ਇਹੀ ਹੁੰਦਾ ਨਾ ਜੀ ਸਾਰਿਆਂ ਦਾ, ਹਰ ਇੱਕ ਪਿਓ ਇਹੀ ਚਾਹੁੰਦਾ ਨਾ। ਸੱਚਾ ਸੌਦਾ ਉਹਨਾਂ ਵਾਸਤੇ ਇਹੀ ਸੀਗਾ। ਸੱਚਾ ਸੌਦਾ ਉਹਨਾਂ ਵਾਸਤੇ ਇਹ ਨਹੀਂ ਸੀ ਤੂੰ ਜਾ ਕੇ ਲੰਗਰ ਛਕਾਇਆ ਲੋਕਾਂ ਨੂੰ ਜਾਂ ਲੋਕਾਂ ਵਿੱਚ ਪੈਸੇ ਵੰਡ ਕੇ ਆ ਜਾ। ਸੱਚਾ ਸੌਦਾ ਸੀ ਕਿ ਤੂੰ 20 ਰੁਪਏ ਲੈ ਕੇ ਜਾ, 40 ਰੁਪਏ ਕਮਾ ਕੇ ਲੈ ਕੇ ਆ, ਤਾਂ ਸਾਡੇ ਵਾਸਤੇ ਵਧੀਆ ਸੌਦਾ ਹੈ। ਵਾਧੇ ਦਾ ਸੌਦਾ, ਨਫੇ ਦਾ ਸੌਦਾ, ਇਹੀ ਸੀ ਨਾ। ਗੁਰੂ ਸਾਹਿਬ ਜੀ ਇਸ ਸਿਧਾਂਤ ਨੂੰ ਸਮਾਜ ਦੇ ਸਾਹਮਣੇ ਰੱਖਣਾ ਚਾਹੁੰਦੇ ਸਨ, ਕਿਉਂਕਿ ਉਹ ਸਾਲ ਥਾਂ ਥਾਂ ਤੇ ਜਾਂਦੇ ਸਨ ਤੇ ਉਹਨਾਂ ਕੋਲ ਤਾਂ ਹੀ ਗਏ ਸੀ ਗੁਰੂ ਸਾਹਿਬ ਵੀ ਇਹ ਲੋਕਾਂ ਨੂੰ ਜਾ ਕੇ ਦੱਸਣਗੇ ਕਿਰਤ ਦੀ ਮਹਾਨਤਾ, ਆਪ ਵੀ ਕਿਰਤ ਕਰਨਗੇ, ਜਿਹੜਾ ਪੈਸਾ ਦਿੱਤਾ ਇਹ ਕਾਰੋਬਾਰ ਕਰਨਗੇ ਉਸ ਦੇ ਨਾਲ। ਪਰ ਰਿਜ਼ਲਟ ਕੀ ਵੇਖਿਆ ਗੁਰੂ ਸਾਹਿਬ ਨੇ? ਉਹ ਬਾਅਦ ਦੇ ਵਿੱਚ ਜਦੋਂ ਗੁਰੂ ਸਾਹਿਬ ਨੂੰ ਫਿਰ ਮਿਲਦੇ ਨੇ ਨਾ ਉਦਾਸੀਆਂ ਦੌਰਾਨ, ਫਿਰ ਉਹ ਇਸ ਤਰ੍ਹਾਂ ਹੀ ਬੇਲੜ ਹੋ ਕੇ ਬੈਠੇ ਹੋਏ ਸਨ। ਗੁਰੂ ਸਾਹਿਬ ਨੇ ਉੱਥੇ ਫਟਕਾਰਿਆ ਸੀ ਉਹਨਾਂ ਨੂੰ ਵੀ ਤੁਸੀਂ ਜੀਵਨ 'ਚ ਕੋਈ ਤਬਦੀਲੀ ਨਹੀਂ ਲਿਆਉਂਦੀ, ਤੁਸੀਂ ਕਿਰਤ ਨੂੰ ਹੱਥ ਨਹੀਂ ਪਾਈ, ਤੁਸੀਂ ਫਿਰ ਇੱਦਾਂ ਦੇ ਬਣ ਕੇ ਬੈਠੇ ਹੋ। ਉੱਥੋਂ ਗੁਰੂ ਸਾਹਿਬ ਜੀ ਫਿਰ ਅੱਗੇ ਜਾਂਦੇ ਨੇ। ਤੁਸੀਂ ਦੇਖੋ ਸੁਲਤਾਨਪੁਰ ਲੋਧੀ ਵਿੱਚ ਗੁਰੂ ਸਾਹਿਬ ਆਪ ਕਿਰਤ ਕਰਦੇ ਆ, ਮੋਦੀ ਖਾਨੇ ਦੇ ਇੰਚਾਰਜ ਨੇ, ਔਰ ਕਿਰਤ ਕਰਨ ਦਾ ਗੁਰੂ ਸਾਹਿਬ ਜੀ ਦਾ ਢੰਗ ਤਰੀਕਾ ਵੱਖਰਾ ਹੈ। ਆਪ ਸੱਚੀ ਸੁੱਚੇ ਤਰੀਕੇ ਦੇ ਨਾਲ ਮੋਦੀ ਖਾਨਾ ਚਲਾਉਂਦੇ ਨੇ। ਬੜਾ ਔਖਾ ਹੈ, ਮੈਂ ਇਹ ਗੱਲ ਨੂੰ ਸਮਝਣਾ ਕਿ ਜਿਸ ਥਾਂ ਤੇ ਸਾਰੇ ਲੋਕ ਜਿਹੜੇ ਪਹਿਲਾਂ ਉੱਥੇ ਕੰਮ ਕਰ ਚੁੱਕੇ ਹੋਣ, ਜਿਹੜੇ ਵਰਕਰ ਹੋਣ ਤੇ ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਖੂਨ ਦੇ ਵਿੱਚ ਠੱਗੀਆਂ ਆ ਗਈਆਂ ਹੋਣ, ਜਿੱਥੇ ਸਾਰੇ ਲੋਕ ਉੱਥੇ ਭ੍ਰਸ਼ਟ ਬਣ ਕੇ ਬੈਠੇ ਹੋਣ, ਉੱਥੇ ਇਕੱਲਾ ਗੁਰੂ ਨਾਨਕ ਸੱਚਾ ਹੋਵੇ ਤੇ ਸ਼ਿਕਾਇਤ ਤਾਂ ਰੋਜ਼ ਉਸ ਵੇਲੇ ਦੌਲਤ ਖਾਂ ਦੇ ਕੋਲ ਜਾਂਦੀ ਹੋਏਗੀ ਨਾ ਵੀ ਤੇਰਾ ਮੋਦੀ ਕੀ ਕਰ ਰਿਹਾ। ਜੇ ਉਹਨਾਂ ਨੂੰ ਵੰਡ ਕੇ ਮਿਲ ਜਾਂਦਾ ਫਿਰ ਤੇ ਠੀਕ ਸੀ। ਇਹੀ ਹੈ ਨਾ ਜੀ। ਹੁਣ ਵੱਡਾ ਅਫਸਰ ਨੇ ਗੁਰੂ ਨਾਨਕ ਪਾਤਸ਼ਾਹ, ਇੰਚਾਰਜ ਨੇ ਮੋਦੀ ਖਾਨੇ ਦੇ। ਮੋਦੀ ਖਾਨਾ ਕਿਸੇ ਸਰਕਾਰੀ ਦੁਕਾਨ ਸੀ। ਅੱਜ ਜਿਹੜੇ ਡੀਪੂ ਹੁੰਦੇ ਨੇ ਉਹ ਸੀ। ਅੱਜ ਦੀ ਤਰੀਕ ਆਪਾਂ ਕਹਿੰਦੇ ਡੀਪੂ ਸਰਕਾਰੀ ਰਾਸ਼ਨ ਦਾ, ਉਹ ਸੀਗਾ ਉਹ। ਪੁਰਾਤਨ ਸਮੇਂ ਵਿੱਚ ਇਤਨੇ ਦਫ਼ਤਰ ਨਹੀਂ ਸੀ ਹੁੰਦੇ। ਇਸ ਗੱਲ ਨੂੰ ਵੀ ਥੋੜਾ ਪਕੜਨ ਦਾ ਯਤਨ ਕਰਨਾ ਵੀ ਪੁਰਾਤਨ ਸਮੇਂ ਵਿੱਚ ਜੋ ਟੈਕਸ ਜਮ੍ਹਾਂ ਹੋਣ ਵਾਸਤੇ ਵੱਖਰਾ ਹੈ, ਹਾਊਸ ਟੈਕਸ ਦਾ ਵੱਖਰਾ ਹੈ, ਬਿਜਲੀ ਦੇ ਬਿੱਲ ਵੱਖਰੇ ਜਮ੍ਹਾਂ ਹੋ ਰਹੇ ਨੇ। ਅਜੇ ਹੀ ਹੈ ਨਾ ਸਾਡੇ ਸਾਹਮਣੇ ਸਾਰਿਆਂ ਦੇ, ਸਾਰੇ ਦਫ਼ਤਰ ਵੱਖੋ ਵੱਖਰੇ ਕੰਮ ਕਰ ਰਹੇ ਨੇ। ਹਾਊਸ ਟੈਕਸ ਵਾਲੇ ਵੱਖਰੇ ਨੇ, ਬਿਜਲੀ ਦਾ ਬਿੱਲ ਵੱਖਰਾ ਜਮ੍ਹਾਂ ਹੋ ਰਿਹਾ ਹੈ, ਤੁਹਾਡਾ ਜੋ ਪਾਣੀ ਦਾ ਬਿੱਲ ਵੱਖਰਾ ਜਮ੍ਹਾਂ ਹੋ ਰਿਹਾ, ਵੱਖਰੇ ਵੱਖਰੇ ਉਹ ਬਣੇ ਹੋਏ ਨੇ। ਉਸ ਵੇਲੇ ਸਿਰਫ ਗੁਰੂ ਨਾਨਕ ਪਾਤਸ਼ਾਹ ਸਾਰੇ ਕੰਮ ਨੂੰ ਸੰਭਾਲਦੇ ਸਨ, ਉਹਦੇ ਇੰਚਾਰਜ ਸਨ, ਸੁਪਰਵਾਈਜ਼ਰ ਸਨ, ਮੇਨ ਹੋਲਸੋਲ ਸਨ ਉਸਦੇ। ਹੁਣ ਜਿਹੜੇ ਥੱਲੇ ਵਾਲੇ ਲੋਕ ਨੇ, ਹੁਣ ਉਹ ਵੱਡਾ ਜਿਹੜਾ ਬੰਦਾ ਬੈਠਾ ਉਹ ਰਿਸ਼ਵਤ ਲੈਂਦਾ ਨਹੀਂ, ਤੇ ਉਹਨਾਂ ਨੂੰ ਆਪਣੇ ਅੰਦਰ ਇਮਾਨਦਾਰੀ ਪੈਦਾ ਕਰਨੀ ਪੈਣੀ ਹੈ। ਪ੍ਰੋਬਲਮ ਇਹ ਹੈ ਜੇ ਉਹ ਥੋੜੇ ਬਹੁਤ ਪੈਸੇ ਫੜ ਲੈਂਦਾ ਫਿਰ ਤਾਂ ਥੱਲੇ ਵਾਲਿਆਂ ਨੂੰ ਇਮਾਨਦਾਰੀ ਦੀ ਲੋੜ ਨਹੀਂ ਹੈ। ਪਰ ਜੇ ਵੱਡਾ ਅਫਸਰ ਬੰਦਾ ਔਰ ਪੈਸੇ ਨਹੀਂ ਫੜਦਾ ਤੇ ਉਹਨਾਂ ਦੇ ਮਨ ਦੇ ਵਿੱਚੋਂ ਖੁਟਕਦਾ ਵੀ ਅਸੀਂ ਵੀ ਚੋਰੀ ਨਹੀਂ ਕਰ ਸਕਦੇ, ਠੱਗੀ ਨਹੀਂ ਮਾਰ ਸਕਦੇ। ਉਹਨਾਂ ਨੇ ਫਿਰ ਇੱਕ ਤਰੀਕਾ ਸੋਚਿਆ ਵੀ ਜੇ ਸਾਨੂੰ ਠੱਗੀ ਇਹ ਮਾਰਨ ਨਹੀਂ ਦਿੰਦਾ, ਔਰ ਜੇ ਠੱਗੀ ਮਾਰੀਏ ਤੇ ਇਹ ਕੁਝ ਲੈਂਦਾ ਨਹੀਂ, ਤੇ ਇੱਕ ਕੰਮ ਕਰਦੇ ਜਾ ਕੇ ਨਵਾਬ ਦੌਲਤ ਖਾਨ ਨੂੰ ਸ਼ਿਕਾਇਤਾਂ ਕਰਦੇ ਆ। ਦੇਖੋ ਜੀ ਇਸ ਨੇ ਤਾਂ ਤੇਰਾ ਇਹ ਜਿਹੜਾ ਸੀ ਮੋਦੀ ਖਾਨਾ ਨੂੰ ਲੁਟਾ ਦਿੱਤਾ ਹੈ, ਲੋਕਾਂ ਨੂੰ ਵੰਡੀ ਜਾਂਦਾ ਤੇਰਾ ਤੇਰਾ ਕਰਕੇ। ਗੁਰੂ ਸਾਹਿਬ ਜੀ ਨੇ ਉੱਥੇ ਇਹ ਸਿਧਾਂਤ ਦਿੱਤਾ ਕਿ ਜਦੋਂ ਤੁਸੀਂ ਨੇਕ ਨੀਅਤ ਦੇ ਨਾਲ ਰੱਬ ਦੇ ਬੰਦੇ ਬਣ ਕੇ ਔਰ ਇਮਾਨਦਾਰੀ ਨਾਲ ਕਿਰਤ ਕਰੋਗੇ, ਉਸ ਦੇ ਵਿੱਚ ਹਮੇਸ਼ਾ ਤੁਹਾਡਾ ਵਾਧਾ ਰਹੇਗਾ, ਤੁਹਾਨੂੰ ਸਕੂਨ ਰਹੇਗਾ, ਚਿੰਤਾ ਤੋਂ ਰਹਿਤ ਰਹੋਗੇ। ਇੱਕ ਗੱਲ ਯਾਦ ਰੱਖਣਾ, ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਕਸੇਤ। ਇਹ ਅਸੂਲ ਅੱਜ ਪੱਲੇ ਪਰ ਕੇ ਜਾਣਾ। ਦੁਕਾਨ ਤੇ ਬੈਠੇ ਹੋ, ਧਰਮੀ ਬਣ ਕੇ ਦੁਕਾਨ ਤੇ ਬੈਠੋ, ਕਦੀ ਡਰ ਪੈਦਾ ਨਹੀਂ ਹੋਏਗਾ। ਨੌਕਰੀ ਕਰਦੇ ਹੋ, ਧਰਮੀ ਬਣ ਕੇ ਨੌਕਰੀ ਕਰੋ। ਜੇ ਰਸੀਦਾਂ 'ਚ ਹੇਰਾ ਫੇਰੀਆਂ, ਹੋਰ ਕੰਮਾਂ 'ਚ ਹੇਰਾ, ਉੱਥੇ ਡਰ ਤੇ ਹੋਏਗਾ। ਜਿੱਥੇ ਹੇਰਾ ਫੇਰੀ ਨਹੀਂ ਹੈ, ਜਿੱਥੇ ਜੋ ਠੱਗੀ ਠੋਰੀ ਨਹੀਂ, ਉੱਥੇ ਡਰ ਵੀ ਨਹੀਂ ਹੈ। ਡਰਦਾ ਉਹ ਬੰਦਾ ਜਿਹੜਾ ਗਲਤ ਕੰਮ ਕਰ ਰਿਹਾ, ਜਿਹੜਾ ਹੇਰਾ ਫੇਰੀਆਂ ਕਰ ਰਿਹਾ, ਗਲਤ। ਗੁਰੂ ਸਾਹਿਬ ਜੀ ਨੇ ਉੱਥੇ ਇਹੀ ਗੱਲ ਦਰਸਾਈ, ਉੱਥੇ ਮੋਦੀ ਖਾਨਾ ਕਰਕੇ।
ਗੁਰੂ ਸਾਹਿਬ ਜੀ ਪਟਵਾਰੀ ਵੀ ਲੱਗ ਸਕਦੇ ਸਨ, ਇੱਕ ਥਾਂ ਤੇ ਵੀ ਬੈਠ ਸਕਦੇ ਸਨ ਆਪਣੇ ਨਗਰ ਦੇ ਵਿੱਚ, ਪਿਤਾ ਦੀ ਨੌਕਰੀ ਮਿਲ ਹੀ ਜਾਣੀ ਸੀ ਨਾ ਆਖਿਰਕਾਰ। ਪਰ ਉਹਨਾਂ ਨੇ ਉਸ ਨੂੰ ਰਾਹ ਨੂੰ ਨਹੀਂ ਚੁਣਿਆ, ਕਿਉਂਕਿ ਉਹਨਾਂ ਨੇ ਵੱਖ-ਵੱਖ ਕੰਮ ਕਰਕੇ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰਨਾ ਸੀ ਔਰ ਲੋਕਾਂ ਤੱਕ ਸਾਰੀਆਂ ਕਿਰਤਾਂ ਦਾ ਅਨੁਭਵ ਦੱਸਣਾ ਸੀ ਵੀ ਕਿਰਤ ਕਿਵੇਂ ਕਰਨੀ ਹੈ। ਇੱਕ ਸ਼ਬਦ ਵੇਖੋ ਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ, ਉੱਥੇ 4 ਕਿਰਤਾਂ ਨੇ। ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰਖ ਗਰੀਬੀ ਵੇਸ, ਪਾਉ ਕਰਮ ਕਰ ਜਮਸੀ, ਸੇ ਕਰ ਭਾਗਟ ਦੇਖ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ, ਬਿਰਲਾ ਬੁਝੈ ਕੋਏ। ਹੁਣ ਇੱਥੇ 4 ਕਿਰਤਾਂ ਨੇ ਸਤਿਗੁਰ ਨੇ ਦੱਸੀਆਂ। ਇੱਕ ਕਿਰਸਾਨੀ ਕਰਨੀ, ਔਰ ਜੋ ਇੱਕ ਹਾਨ ਹਟ ਕਰ ਆਰਜਾ, ਹੱਟੀ ਪਾ ਕੇ ਬਹਿ ਜਾਣਾ ਦੁਕਾਨ। ਸੌਦਾਗਰ ਪਾਓ ਕਿ ਜਿਹੜੇ ਕਿ ਦੁਕਾਨਾਂ ਤੇ ਸਮਾਨ ਦਿੰਦੇ ਨੇ, ਉਹ ਵੀ ਗੁਰੂ ਸਾਹਿਬ ਜੀ ਨੇ ਕੰਮ ਕੀਤਾ। ਗੁਰੂ ਸਾਹਿਬ ਜੀ ਨੇ ਚਾਕਰੀ ਵੀ ਕੀਤੀ ਮੋਦੀ ਖਾਨੇ 'ਚ। ਇਹ ਮਤਲਬ ਸਾਰੀਆਂ ਗੱਲਾਂ ਗੁਰੂ ਸਾਹਿਬ ਜੀ ਨੇ ਪ੍ਰਗਟ ਕਰਕੇ ਦਿਖਾਈਆਂ ਪਿਆਰ ਵਾਲਿਓ, ਵੀ ਕਿਸ ਤਰ੍ਹਾਂ ਜੀਵਨ ਜੀਉਣਾ। ਸਿੱਖਾ ਤੋਂ ਕਿਰਤ ਕਿਵੇਂ ਕਰੇ, ਤੂੰ ਕੋਈ ਵੀ ਕਿਰਤ ਕਰਦਾ। ਮੈਂ ਬੇਨਤੀ ਕਰਾਂ ਸਾਰੀ ਦੁਨੀਆ ਵਿੱਚ ਗੁਰੂ ਨਾਨਕ ਮਾਡਲ ਨੂੰ ਨਾ ਅੱਜ ਲੋਕ ਜੇ ਫੋਲੋ ਕਰ ਲੈਣ ਤੇ ਦੁਨੀਆ ਵਿੱਚੋਂ ਠੱਗੀ ਠੋਰੀ ਖਤਮ ਹੋ ਜਾਣੀ। ਉਚਾਰਨ ਕਰੋ ਸਤਨਾਮ। ਗੁਰੂ ਨਾਨਕ ਵਾਲੀ ਜੁਗਤੀ ਸਿੱਖ ਲੈਣ ਸਾਰੇ, ਤੇ ਜੋ ਸਾਡੇ ਖੂਨ ਦੇ ਵਿੱਚ ਠੱਗੀ ਆ ਗਈ ਹੈ ਨਾ, ਉਹ ਠੱਗੀ ਸਾਡੀ ਮੁੱਕ ਜਾਣੀ ਜੀਵਨ 'ਚ। ਗੁਰੂ ਨਾਨਕ ਪਾਤਸ਼ਾਹ ਨੇ ਉਸ ਚੀਜ਼ ਦੇ ਉੱਤੇ ਜ਼ੋਰ ਦਿੱਤਾ। ਜਿਹੜੇ ਲੋਕ ਸ਼ਿਕਾਇਤਾਂ ਕਰਕੇ ਆਏ, ਜਦੋਂ ਹਿਸਾਬ ਕਿਤਾਬ ਹੁੰਦਾ ਸੀ, ਕਿਉਂਕਿ ਕੁਦਰਤੀ ਹੈ ਸਰਕਾਰੀ ਡਿਪੋ, ਉੱਥੇ ਹਿਸਾਬ ਕਿਤਾਬ ਹੁੰਦਾ ਹੀ ਰਹਿੰਦਾ ਹੈ। ਸਾਲ 6 ਮਹੀਨੇ ਬਾਅਦ, 2-4 ਮਹੀਨੇ ਬਾਅਦ ਹਿਸਾਬ ਕਿਤਾਬ ਹੋਇਆ ਤੇ ਸਭ ਕਲੀਅਰ ਨਿਕਲਿਆ। ਉਹ ਬੜੇ ਹੈਰਾਨ ਹੋਏ ਜਿਹੜੇ ਠੱਗੀਆਂ ਮਾਰਦੇ ਸਨ ਪਹਿਲਾਂ, ਵੀ ਇਹ ਹੋਇਆ ਕਿਵੇਂ, ਇਤਨੇ ਲੋਕਾਂ ਨੂੰ ਤੇ ਇਹ ਬਣ ਦਿੰਦਾ ਹੈ। ਔਰ ਉਸ ਤੋਂ ਬਾਅਦ ਵੀ ਫਿਰ ਜੋ ਤੁਸੀਂ ਵੇਖੋ ਕਿ ਇਸ ਦੇ ਖਜ਼ਾਨੇ ਦੇ ਵਿੱਚ ਕੋਈ ਘਾਟਾ ਨਹੀਂ ਪਿਆ ਸੀ। ਕਹਿੰਦੇ ਤੇਰਾ ਬਰਬਾਦ ਕਰ ਦਿੱਤਾ, ਤੂੰ ਤੇ ਲੁੱਟ ਜਾਏਗਾ, ਬਹੁਤ ਘਾਟਾ ਪੈ ਜਾਏਗਾ, ਇਤਨਾ ਵੱਡਾ ਗਮਨ ਹੋ ਜਾਏਗਾ ਇਸ ਦੇ ਵਿੱਚੋਂ। ਪਰ ਐਸਾ ਕੁਝ ਵੀ ਨਹੀਂ ਹੋਇਆ। ਗੁਰੂ ਨਾਨਕ ਪਾਤਸ਼ਾਹ ਨੇ ਲੋਕਾਂ ਨੂੰ ਉੱਥੇ ਕਿਰਤ ਕਰਨ ਦੀ ਜਾਚ ਦੱਸੀ। ਫਿਰ ਦੂਜੀ ਗੱਲ, ਗੁਰੂ ਨਾਨਕ ਪਾਤਸ਼ਾਹ ਭੈਣ ਦੇ ਘਰ ਰਹਿੰਦੇ ਆ, ਜਿੱਥੇ ਕਿ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਬਾਕੀ ਸੂਬਿਆਂ ਦੇ ਵਿੱਚ ਭੈਣ ਦੇ ਘਰ ਪਾਣੀ ਪੀਣਾ ਵੀ ਹਰਾਮ ਸਮਝਿਆ ਜਾਂਦਾ ਸੀ। ਗੁਰੂ ਸਾਹਿਬ ਕਹਿੰਦੇ ਨਹੀਂ, ਭੈਣ ਇਤਨੀ ਚੰਗੀ ਹੈ ਕਿ ਮੈਂ ਆਪਣੇ ਭੈਣ ਦੇ ਘਰ ਰੋਟੀ ਪਾਣੀ ਉੱਥੇ ਛਕਦੇ, ਭੈਣ ਦੇ ਘਰ ਰਹਿੰਦੇ। ਗੁਰੂ ਸਾਹਿਬ ਸਾਨੂੰ ਸਿਖਾ ਰਹੇ ਨੇ ਯਾਰ ਕਿ ਅਸੀਂ ਕਿੱਦਾਂ ਜੀਉਣਾ ਜ਼ਿੰਦਗੀ ਦੇ ਅੰਦਰ। ਅਸੀਂ ਤੇ ਭੈਣ ਦੇ ਘਰ ਦਾ ਪਾਣੀ ਨਹੀਂ ਪੀਣਾ ਚਾਹੁੰਦੇ। ਗੁਰੂ ਸਾਹਿਬ ਨੇ ਕਿਹਾ ਨਹੀਂ, ਕੋਈ ਭੈਣ ਤੁਹਾਡੀ ਭੈਣ ਹੈ ਨਾ। ਗੁਰੂ ਸਾਹਿਬ ਨੇ ਇਹੀ ਤੇ ਦੱਸਿਆ ਵੀ ਭੈਣ ਕੋਈ ਨੀਵੀਂ ਥੋੜੀ ਹੁੰਦੀ ਹੈ, ਭੈਣ ਬਰਾਬਰ ਦੀ ਹੈ, ਭੈਣ ਭਰਾ ਦਾ ਪਿਆਰ ਹੈ। ਗੁਰੂ ਸਾਹਿਬ ਉੱਥੇ ਰੋਟੀ ਖਾਂਦੇ ਰਹੇ, ਭੈਣ ਦੇ ਕੋਲ ਰਹਿੰਦੇ ਰਹੇ, ਇਹ ਸਿਖਾਉਣ ਵਾਸਤੇ ਕਿ ਅਸੀਂ ਆਪਣੇ ਸਮਾਜ ਨੂੰ ਕਿੱਦਾਂ ਬਣਾਉਣਾ ਹੈ। ਇਹ ਨਹੀਂ ਕਿ ਭੈਣ ਤੇਰੇ ਘਰ ਆਏ ਅਸੀਂ ਰੋਟੀ ਨਹੀਂ ਖਾਣੀ, ਅਸੀਂ ਘਰੋਂ ਖਾ ਕੇ ਆਏ ਹਾਂ, ਜਾਂ ਵਹਿਮ ਕਰਨਾ ਵੀ ਕੁੜੀਆਂ ਦੇ ਘਰ ਰੋਟੀਆਂ ਨਹੀਂ ਖਾਈ ਦੀਆਂ। ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਨੇ ਉਸ ਵੇਲੇ ਬਿਲਕੁਲ ਕਿਨਾਰੇ ਕਰ ਦਿੱਤੀਆਂ ਲੋਕਾਂ ਦੇ ਸਾਹਮਣੇ। ਭਾਵੇਂ ਸਿੱਖਾਂ 'ਚ ਅਜੇ ਵੀ ਨਹੀਂ ਨਿਕਲੀਆਂ, ਬਹੁਤ ਸਾਰੇ ਪਰਿਵਾਰ ਨੇ ਤਾਂ ਮੈਂ ਦੇਖਦਾ। ਗੁਰੂ ਸਾਹਿਬ ਜੀ ਨੇ ਇਹ ਸਾਰੀਆਂ ਗੱਲਾਂ ਕਲੀਅਰ ਕੀਤੀਆਂ। ਮੰਨ ਲਓ ਕਿ ਇੱਕ ਬੰਦੇ ਦੇ ਕੁੜੀਆਂ ਹੀ ਨੇ, ਉਹ ਕਿੱਥੇ ਜਾਏਗਾ? ਤੁਸੀਂ ਦੇਖੋ ਨਾ ਅੱਜ ਸਾਡੇ ਵਿੱਚ ਇਹ ਚੀਜ਼ਾਂ ਨੇ, ਕੁੜੀਆਂ ਸੰਸਕਾਰ ਨਹੀਂ ਕਰ ਸਕਦੀਆਂ। ਕਿਉਂ ਨਹੀਂ ਕਰ ਸਕਦੀਆਂ ਬਈ? ਨਹੀਂ, ਪਿਓ ਦੀ ਮਿੱਟੀ ਨੂੰ ਅੱਗ ਨਹੀਂ ਲਾ ਸਕਦੀਆਂ, ਜਿਹੜਾ ਜਮਾਈ ਹੈ ਉਹਦੀ ਅਰਤੀ ਨਹੀਂ ਉਠਾ। ਕਿਉਂ? ਵਾਏ ਦੇਖੋ ਨਾ ਸਾਡੇ ਵਿੱਚ ਕਿੰਨੀਆਂ ਗਿਰਾਵਟਾਂ ਆ ਚੁੱਕੀਆਂ ਨੇ। ਅਸੀਂ ਕਿਸ ਦੁਨੀਆ 'ਚ ਜੀ ਰਹੇ ਹਾਂ? ਗੁਰੂ ਨਾਨਕ ਨੇ ਧੀ ਨੂੰ ਤੇ ਪੁੱਤਰ ਨੂੰ ਇੱਕ ਸਮਾਨ ਦਰਸਾਇਆ। ਸਿਰਫ ਕਹਿਣ ਤੱਕ ਹੀ ਨਹੀਂ ਵੀ ਸੋ ਕੇ ਉਹ ਮੰਦਾ, ਗੁਰੂ ਸਾਹਿਬ ਨੇ ਰੀਅਲ ਦੇ ਵਿੱਚ ਕਰਕੇ ਵਿਖਾਇਆ। ਇੱਕ ਤਾਂ ਹੁੰਦਾ ਵੀ ਗੱਲ ਕਹਿ ਦਿੱਤੀ, ਗੱਲ ਖਤਮ ਹੋ ਗਈ, ਕਰਨੀ ਥੋੜੀ ਆਪਾਂ। ਗੁਰੂ ਸਾਹਿਬ ਜੀ ਨੇ ਜੋ ਆਖਿਆ ਉਹ ਕਰਕੇ ਵਿਖਾਇਆ। ਫਿਰ ਗੁਰੂ ਨਾਨਕ ਪਾਤਸ਼ਾਹ ਜੀ ਉੱਥੋਂ ਸੁਲਤਾਨਪੁਰ ਤੋਂ, ਕਿਉਂਕਿ ਹੁਣ ਪਤਾ ਸੀ ਵੀ ਸਾਰੀਆਂ ਕਿਰਤਾਂ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਇੱਕ ਨਿਰਣਾ ਲਿਆ ਵੀ ਜਿਹੜੇ ਕੰਮ ਵਾਸਤੇ ਵਾਹਿਗੁਰੂ ਪਰਮੇਸ਼ਰ ਨੇ ਡਿਊਟੀ ਲਾਈ ਹੈ ਉਹ ਕੰਮ ਬਹੁਤ ਵੱਡਾ ਹੈ, ਔਰ ਉਸ ਕੰਮ ਵਾਸਤੇ ਜਾਣ ਵਾਸਤੇ ਤਿਆਰੀ ਵੀ ਚਾਹੀਦੀ ਹੈ, ਮਾਈਂਡ ਵੀ ਸੈੱਟ ਕਰਨਾ ਹੈ, ਭਾਈ ਮਰਦਾਨੇ ਨੂੰ ਵੀ ਨਾਲ ਲੈਣਾ ਹੈ, ਹੋਰ ਵੀ ਸਾਰੀਆਂ ਗੱਲਾਂ ਪਰਿਵਾਰ ਨੂੰ ਵੀ ਦੱਸਣਾ ਹੈ, ਸਾਰੀ ਗੱਲ ਹੋਣੀ ਹੈ। ਗੁਰੂ ਸਾਹਿਬ ਜੀ ਨੇ ਉੱਥੇ ਫਿਰ ਇਹ ਐਲਾਨ ਕਰ ਦਿੱਤਾ, ਅਤੇ ਜਿਹੜਾ ਦਰਗਾਹੀ ਪੈਗਾਮ ਅਕਾਲ ਪੁਰਖ ਦੇ ਘਰੋਂ ਗੁਰੂ ਨਾਨਕ ਪਾਤਸ਼ਾਹ ਨੂੰ ਮੂਲ ਮੰਤਰ ਦੇ ਰੂਪ ਵਿੱਚ ਪ੍ਰਗਟ ਹੋਇਆ। ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਦੱਸਿਆ ਵੀ ਮੈਂ ਇਸ ਮਿਸ਼ਨ ਦਾ ਉੱਤੇ ਜਾਣਾ ਹੈ,
ਉਹ ਮਿਸ਼ਨ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮਿਸ਼ਨ ਹੈ ਗੁਰੂ ਨਾਨਕ ਦਾ। ਗੁਰੂ ਨਾਨਕ ਪਾਤਸ਼ਾਹ ਸਾਰਿਆਂ ਨੂੰ ਸੱਚਾ ਧਰਮੀ ਬਣਾਉਣਾ ਚਾਹੁੰਦੇ ਸਨ। ਮੈਂ ਕੱਲ ਭਾਈ ਮਰਦਾਨਾ ਜੀ ਬਾਰੇ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਉਹ ਪੜ੍ਹ ਰਿਹਾ ਸੀ। ਉਹ ਬੜੇ ਕਮਾਲ ਦੀ ਗੱਲ ਲਿਖਦੇ, ਕਹਿੰਦੇ ਵੀ 47 ਸਾਲ ਭਾਈ ਮਰਦਾਨਾ ਜੀ ਨੇ ਕੀਰਤਨ ਕੀਤਾ, ਗੁਰੂ ਨਾਨਕ ਨੇ ਉਸ ਨੂੰ ਵੀ ਦੇਖੋ ਤੁਸੀਂ ਸਿੱਖ ਨਹੀਂ ਬਣਾਇਆ। ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਵੀ ਸਿੱਖ ਨਹੀਂ ਬਣਾਇਆ। ਜੇ ਉਹ ਮੁਸਲਮਾਨ ਹੈ ਤੇ ਉਸ ਨੂੰ ਮੁਸਲਮਾਨ ਹੀ ਰਹਿਣ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਜੋਗੀਆਂ ਕੋਲ ਜਾਂਦੇ ਆ, ਗੁਰੂ ਨਾਨਕ ਪਾਤਸ਼ਾਹ ਵਿਚਰਦੇ ਲੋਕਾਂ ਵਿੱਚ, ਪਰ ਉਹ ਇੱਕ ਹੀ ਗੱਲ ਕਹਿੰਦੇ ਨੇ, ਸੱਚੇ ਜੋਗੀ ਬਣੋ, ਸੱਚੇ ਕਾਜੀ ਬਣੋ, ਸੱਚੇ ਧਰਮੀ ਬਣੋ। ਸਾਰਿਆਂ ਨੂੰ ਕਹਿੰਦੇ ਨੇ ਕਿ ਸੱਚੇ ਧਰਮੀ ਬਣੋ। ਤੁਸੀਂ ਕੋਈ ਵੀ ਧਰਮ ਹੈ ਤੁਹਾਡਾ, ਪਰ ਧਰਮ ਦੇ ਵਿੱਚ ਤੁਹਾਡੀ ਪਰਪੱਕਤਾ ਹੋਣੀ ਚਾਹੀਦੀ, ਸੱਚ ਹੋਣਾ ਚਾਹੀਦਾ। ਧਰਮ ਦੀ ਗੱਲ ਤੁਹਾਡੇ ਜੀਵਨ 'ਚ ਹੋਣੀ ਚਾਹੀਦੀ ਹੈ, ਕਹਿਣ ਨੂੰ ਨਹੀਂ ਧਰਮੀ ਬਣਨਾ। ਅਸੀਂ ਤਾਂ ਇੱਦਾਂ ਹੀ ਚੱਲ ਰਹੇ ਨਾ, ਸਾਡਾ ਵੀ ਕਹਿਣ ਨੂੰ ਧਰਮੀ ਕਹਿਣ ਲੋਕ ਬਸ। ਲੋਕੀ ਕਹਿਣ ਦੇ ਵੀ ਫਲਾਣਾ ਬੜਾ ਧਰਮੀ, ਉਹ ਤੇ ਗੁਰਦੁਆਰੇ ਮੱਥਾ ਟੇਕ ਜਾਂਦਾ ਹੈ, ਉਹ ਤਾਂ ਸੇਵਾ ਵੀ ਕਰਦਾ, ਬੜਾ ਧਰਮੀ ਹੈ। ਗੁਰੂ ਸਾਹਿਬ ਜੀ ਨੇ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕੀਤਾ। ਗੁਰੂ ਸਾਹਿਬ ਨੇ ਕਿਹਾ ਜੇ ਤੂੰ ਗੁਰੂ ਦੇ ਦਰ ਤੇ ਆਉਂਦਾ ਭਾਈ ਤੇ ਤੂੰ ਸੱਚਾ ਧਰਮੀ ਬਣ। ਮੈਂ ਇੱਕ ਹੋਰ ਅੱਜ ਬੇਨਤੀ ਕਰਾਂ, ਇੱਥੇ ਭਾਵੇਂ ਹਿੰਦੂ ਆਣ, ਮੁਸਲਮਾਨ ਆਣ, ਸਿੱਖ ਆਣ, ਈਸਾਈ ਆਣ, ਗੁਰੂ ਨਾਨਕ ਫਿਰ ਕਹੇਗਾ ਤੁਸੀਂ ਸੱਚੇ ਧਰਮੀ ਬਣੋ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਗੁਰੂ ਸਾਹਿਬ ਸਭ ਨੂੰ ਕਹਿਣਗੇ ਤੁਸੀਂ ਸੱਚੇ ਧਰਮੀ ਬਣੋ। ਗੁਰੂ ਨਾਨਕ ਨਹੀਂ ਕਹਿੰਦੇ ਤੁਸੀਂ ਮੇਰੇ ਸਿੱਖ ਬਣੋ, ਉਹ ਕਹਿੰਦੇ ਸੱਚੇ ਧਰਮੀ ਬਣੋ। ਹੁਣ ਜਦੋਂ ਬੰਦੇ ਦੇ ਅੰਦਰ ਇੱਕ ਚਾਹਤ ਪੈਦਾ ਹੁੰਦੀ ਵੀ ਸੱਚੇ ਧਰਮੀ ਕਿਵੇਂ ਬਣੀਏ, ਤੇ ਉਹ ਫਿਰ ਗੁਰੂ ਨਾਨਕ ਨੂੰ ਪੜ੍ਹਦਾ ਹੈ, ਜਪਜੀ ਸਾਹਿਬ ਦੇ ਰੂਪ ਵਿੱਚ, ਆਸਾ ਕੀ ਵਾਰ ਦੇ ਰੂਪ ਵਿੱਚ, ਮਾਝ ਕੀ ਰਾਗ ਦੇ ਮਾਝ ਕੀ ਵਾਰ ਕੇ ਰੂਪ ਦੇ ਵਿੱਚ, ਮਲਾਰ ਕੀ ਵਾਰ ਦੇ ਰੂਪ ਦੇ ਵਿੱਚ। ਜਦੋਂ ਉੱਥੋਂ ਪੜ੍ਹਦਾ ਹੈ ਫਿਰ ਸਮਝ ਆਉਂਦੀ ਵੀ ਸੱਚਾ ਧਰਮੀ ਕਿਵੇਂ ਬਣਿਆ ਜਾਂਦਾ ਹੈ। ਫਿਰ ਤਾਂ ਜਾ ਕੇ ਉਹ ਕਹਿੰਦਾ ਮਹਾਰਾਜ ਵੀ ਮੈਂ ਬਾਕੀ ਆਪਣੇ ਧਰਮ ਕਰਮ ਕਰਕੇ ਵੇਖ ਲੈਣੇ, ਪਰ ਉੱਥੋਂ ਮੈਨੂੰ ਉਹ ਗੱਲ ਮਿਲੀ ਨਹੀਂ ਹੈ, ਇਸ ਕਰਕੇ ਮੈਂ ਹੁਣ ਸਿੱਖ ਬਣ ਕੇ ਸੱਚਾ ਧਰਮੀ ਬਣ ਕੇ ਤੇਰੇ ਨਾਲ ਜੁੜ ਕੇ ਜੀਣਾ ਚਾਹੁੰਦਾ। ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਸਾਥੀ ਬਣਾਉਂਦੇ ਆ, ਜਿਸ ਨੂੰ ਸਮਾਜ ਦੁਰਕਾਰਦਾ ਹੈ, ਮਿਰਾਸੀ ਕਹਿੰਦਾ ਹੈ, ਸੋਦਰ ਕਹਿੰਦਾ ਹੈ, ਜਿਸ ਨੂੰ ਕਿਤੇ ਸਾਂਝੇ ਤੌਰ ਤੋਂ ਕਿਸੇ ਬੰਦੇ ਕੋਲ ਬੈਠਣ ਦੀ ਇਜਾਜ਼ਤ ਨਹੀਂ ਹੈ। ਬ੍ਰਾਹਮਣ ਪਰਛਾਵੇਂ ਤੋਂ ਡਰਦਾ ਹੈ, ਖੱਤਰੀ ਦੂਰ ਦੂਰ ਭਜਾਉਂਦੇ ਨੇ, ਆਪਣੇ ਖੂਹ ਤੋਂ ਪਾਣੀ ਨਹੀਂ ਭਰਨ ਦਿੰਦੇ। ਉਹੀ ਹੈ ਨਾ ਭਾਈ ਮਰਦਾਨਾ, ਜਿਸ ਨੂੰ ਖੂਹ ਤੋਂ ਪਾਣੀ ਨਹੀਂ ਭਰਨ ਦਿੱਤਾ ਜਾਂਦਾ, ਜਿਸ ਨੂੰ ਬ੍ਰਾਹਮਣ ਪਰਛਾਵੇਂ ਤੋਂ ਡਰਦਾ ਹੈ, ਪਰ ਗੁਰੂ ਨਾਨਕ ਪਾਤਸ਼ਾਹ ਉਸ ਨੂੰ ਆਪਣਾ ਸਾਥੀ ਬਣਾਉਂਦੇ ਆ। ਔਰ ਗੁਰੂ ਨਾਨਕ ਪਾਤਸ਼ਾਹ ਇਸ ਵਿਚਾਰ ਨੂੰ ਲੈ ਕੇ ਤੁਰਦੇ ਨੇ ਕਿ ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਥਮੀ ਦਸਿਆਈ, ਬਾਜੋ ਗੁਰੂ ਗੁਬਾਰ ਹੈ ਕਰਤੀ ਸੁਣੀ ਲੁਕਾਈ। ਗੁਰੂ ਸਾਹਿਬ ਜੀ ਨੇ ਇਸ ਮਿਸ਼ਨ ਨੂੰ ਮੁੱਖ ਰੱਖਿਆ ਵੀ ਜਿਹੜੀ ਲੁਕਾਈ ਵਿੱਚ ਹਾਹਾਕਾਰ ਮਚੀ ਹੈ, ਇਹ ਹਾਹਾਕਾਰ ਲੋਕਾਂ ਦੀ ਜਿਹੜੀ ਹੈ ਉਹ ਠੀਕ ਕੀਤੀ ਜਾਏ, ਪਾਓ ਕਿ ਹਾਹਾਕਾਰ ਤੋਂ ਲੋਕਾਂ ਨੂੰ ਬਚਾਇਆ ਜਾਏ। ਤ੍ਰਿਸ਼ਨਾ ਦੀ ਅੱਗ ਵਿੱਚ ਜਿਹੜੇ ਲੋਕ ਜਲ ਰਹੇ ਨੇ, ਸੜ ਬਲ ਰਹੇ ਨੇ, ਗੁਰੂ ਸਾਹਿਬ ਜੀ ਦਾ ਕਿਸੇ ਮਾਨਵਤਾ ਦੇ ਨਾਲ ਇਹ ਨਹੀਂ ਕਿ ਇਹ ਮੁਸਲਮਾਨ ਇਹਨੂੰ ਨਹੀਂ ਦੱਸਣਾ, ਇਹ ਹਿੰਦੂ ਇਹਨੂੰ ਨਹੀਂ ਦੱਸਣਾ, ਗੁਰੂ ਸਾਹਿਬ ਇਹ ਜੋਗੀ ਹੈ, ਨਹੀਂ। ਗੁਰੂ ਸਾਹਿਬ ਕਹਿੰਦੇ ਮੈਂ ਸਾਰਿਆਂ ਨੂੰ ਦੱਸਣ ਵਾਸਤੇ ਆਇਆ। ਇੱਕ ਦਾਸ ਬੇਨਤੀ ਕਰੇ, ਗੁਰੂ ਸਾਹਿਬ ਸਭ ਨੂੰ ਦੱਸਦੇ ਹੈ, ਜਿਹੜਾ ਮੰਨ ਕੇ ਜੀਵਨ 'ਚ ਕਮਾਏਗਾ ਉਸਦੇ ਪਰਿਵਾਰ ਦਾ ਉଦ୍ਧਾਰ ਹੋਏਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਕਰਕੇ ਇਹ ਐਲਾਨ ਕਰ ਦਿੱਤਾ, ਮੋਦੀ ਖਾਨੇ ਦੀ ਕਰਜ ਛੱਡ ਦਿੱਤੀ, ਔਰ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਹੁਣ ਮਾਨਵਤਾ ਦੇ ਵਾਸਤੇ ਮੈਂ ਜਾਣਾ। ਔਰ ਬੇ ਨਦੀ ਦੇ ਵਿੱਚ ਜਾਂਦੇ ਨੇ, ਉੱਥੇ ਅਲੋਪ ਹੋਣ ਤੋਂ ਬਾਅਦ ਗੁਰੂ ਸਾਹਿਬ ਪ੍ਰਗਟ ਹੋ ਕੇ ਸ਼ਮਸ਼ਾਨ ਘਾਟ ਪਹੁੰਚਦੇ ਨੇ, ਤੇ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ ਦਾ ਨਾਰਾ ਦੇ ਕੇ ਚੱਲਦੇ ਆ। ਇਹਦਾ ਅਰਥ ਸੀ ਨਾ ਮੈਂ ਹਿੰਦੂਆਂ ਨੂੰ ਮਾੜਾ ਕਰਨਾ, ਨਾ ਮੁਸਲਮਾਨਾਂ ਨੂੰ, ਮੈਂ ਤਾਂ ਅੱਲਾ ਰਾਮ ਕੇ ਪਿੰਡ ਪ੍ਰਾਨ ਦਾ ਧਾਰਨੀ ਹਾਂ। ਮੈਂ ਤੇ ਅੱਲਾ ਤੇ ਦਮੇ ਹੋਏ ਰਾਮ ਨੂੰ ਮੰਨਣਾ ਹੈ। ਮੈਂ ਸਮਝਦਾ ਸਭ ਉਸਦੇ ਪਿੰਡ ਪ੍ਰਾਣ ਨੇ ਸਾਰਿਆਂ ਵਿੱਚ। ਇਹ ਸਰੀਰ ਵੀ ਉਸਦਾ ਬਣਾਇਆ ਤੇ ਪ੍ਰਾਣ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਏ ਨੇ। ਉਸ ਨੂੰ ਭਾਵੇਂ ਤੁਸੀਂ ਅੱਲਾ ਕਹਿ ਲਓ, ਭਾਵੇਂ ਰਾਮ ਕਹਿ ਲਓ। ਹੁਣ ਦੇਖੋ ਇੱਥੇ ਗੱਲ ਹੁੰਦੀ ਹੈ ਕਿ ਜਦੋਂ ਸੁਲਤਾਨਪੁਰ ਦਾ ਨਵਾਬ ਕਹਿੰਦਾ ਦੌਲਤ ਖਾਂ
ਉੱਥੇ ਦਾ ਕਾਜੀ ਕਹਿੰਦਾ ਵੀ ਜੇ ਇਸ ਤਰ੍ਹਾਂ ਦੀ ਗੱਲਬਾਤ ਹੈ ਤਾਂ ਚਲੋ ਸਾਡੇ ਨਾਲ ਮਸਜਿਦ ਵਿੱਚ ਚੱਲੀਏ, ਆਪਾਂ ਨਮਾਜ਼ ਪੜ੍ਹ ਲਈਏ। ਮਨ ਕਹਿੰਦੇ ਚਲੋ ਨਮਾਜ਼ ਪੜ੍ਹਦੇ ਹਾਂ। ਹੁਣ ਗੁਰੂ ਸਾਹਿਬ ਜੀ ਉੱਥੇ ਨਮਾਜ਼ ਪੜ੍ਹਨ ਵਾਸਤੇ ਜਾਂਦੇ, ਨਮਾਜ਼ ਹੁੰਦੀ, ਗੁਰੂ ਸਾਹਿਬ ਜੀ ਮਸਜਿਦ ਵਿੱਚ ਖਲੋਤੇ ਨੇ, ਸਾਰੇ ਲੋਕ ਡਰਦੇ ਨੇ ਸੁਲਤਾਨਪੁਰ ਦੇ ਜੋ ਹਿੰਦੂ ਨੇ ਵੀ ਅੱਜ ਗੁਰੂ ਨਾਨਕ ਸ਼ਾਇਦ ਮੁਸਲਮਾਨ ਬਣ ਜਾਏਗਾ। ਪਰ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਨਾ ਗੁਰੂ ਨਾਨਕ ਹਿੰਦੂ ਹੈ ਨਾ ਮੁਸਲਮਾਨ ਹੈ। ਗੁਰੂ ਨਾਨਕ ਤਾਂ ਸਰਬ ਦਾ ਸਾਂਝਾ ਹੈ। ਗੁਰੂ ਨਾਨਕ ਤਾਂ ਉਸ ਰੱਬ ਦੇ ਪੈਗਾਮ ਨੂੰ ਵਰਤਾਉਣ ਵਾਸਤੇ ਆਏ ਨੇ, ਹਿੰਦੂ ਮੁਸਲਮਾਨ ਬਣਨ ਵਾਸਤੇ ਗੁਰੂ ਨਾਨਕ ਨਹੀਂ ਆਏ। ਕਿਉਂਕਿ ਜਿਹੜਾ ਪੀਰ ਫਿਰਕਾਂ 'ਚ ਪੈ ਜਾਂਦਾ ਹੈ ਉਹ ਪੀਰ ਨਹੀਂ ਰਹਿ ਜਾਂਦਾ। ਕਿਉਂਕਿ ਜਬ ਧਾਰੈ ਕੋ ਵੈਰੀ ਮੀਤ ਤਬ ਲਗ ਨਿਹਚਲ ਨਾਹੀ ਚੀਤ। ਜਦੋਂ ਕਿਸੇ ਨੂੰ ਵੈਰੀ ਮੰਨੋਗੇ ਚਿੱਤ ਵੈਰੀ ਚਲਾ ਜਾਏਗਾ, ਕਿਸੇ ਨੂੰ ਮਿੱਤਰ ਮੰਨੋਗੇ ਚਿੱਤ ਮਿੱਤਰ ਚਲਾ ਜਾਏਗਾ, ਟਿਕੇਗਾ ਨਹੀਂ। ਗੁਰੂ ਨਾਨਕ ਪਾਤਸ਼ਾਹ ਉੱਥੋਂ ਫਿਰ ਪਿਆਰ ਵਾਲਿਓ ਇਹ ਸਾਰਾ ਸ਼ੁਰੂ ਕਰਦੇ ਨੇ। ਔਰ ਜੋ ਉਦਾਸੀਆਂ ਕਰਦੇ, ਉਦਾਸੀਆਂ ਵਿੱਚ ਗੁਰੂ ਸਾਹਿਬ ਜੀ ਸਾਰੀ ਮਾਨਵਤਾ ਨੂੰ, ਮੈਂ ਇਕੱਠੇ ਤੌਰ ਤੋਂ ਸਿਧਾਂਤ ਜੋ ਗੁਰੂ ਸਾਹਿਬ ਜੀ ਨੇ ਉਦਾਸੀਆਂ ਦੇ ਦੌਰਾਨ ਜਿੱਥੇ ਵੀ ਗਏ ਗੁਰੂ ਸਾਹਿਬ ਜੀ ਉਹਨਾਂ ਨੂੰ ਇਹ ਸਰਬ ਸਾਂਝਾ ਉਪਦੇਸ਼ ਜਿਹੜਾ ਉਹ ਦ੍ਰਿੜ ਕਰਾ ਦਿੱਤਾ ਕਿ ਮਾਨਸ ਕੀ ਜਾਤ ਸਭ ਇੱਕ ਹੈ, ਪਹਿਚਾਨ वो दे धारनी बनो। अवल अल्लाह नूर पाया कुदरत के सब बंदे दे धारनी बनो। एक पिता एकस के हम बारिक तू मेरा गुरहाई दे धारनी बनो। मानवता ਦੇ ਵਿੱਚ ਜੋ ਕਮੀਆਂ ਪੇਸ਼ੀਆਂ ਆ ਗਈਆਂ ਨੇ, ਗੁਰੂ ਨਾਨਕ ਪਿਤਾ ਮਹਾਰਾਜ ਨੇ ਆਪਣੀ ਉਦਾਸੀਆਂ ਦੇ ਦੌਰਾਨ ਹਰ ਇੱਕ ਧਰਮ ਸਥਾਨ ਤੇ ਜਾ ਕੇ, ਮੈਂ ਫਿਰ ਬੇਨਤੀ ਕਰਾਂ, ਮਾਨਵਤਾ ਨੂੰ ਸੁਧਾਰਨਾ ਤੇ ਆਪਣੇ ਧਰਮ ਸਥਾਨ ਸੁਧਾਰ ਲਓ। ਜੇ ਮਾਨਵਤਾ ਨੂੰ ਸੁਧਾਰਨਾ ਹੈ, ਜੇ ਮਾਨਵਤਾ ਨੂੰ ਧਰਮ ਦੇਣਾ ਹੈ ਤੇ ਧਾਰਮਿਕ ਸਥਾਨ ਤੇ ਧਰਮ ਧਾਰਨ ਕਰ ਲੈਣ, ਧਾਰਮਿਕ ਸਥਾਨ ਤੇ ਰਹਿਣ ਵਾਲੇ ਲੋਕ, ਤੇ ਬਾਕੀਆਂ ਦੇ ਕੋਲ ਧਰਮ ਚਲਾ ਜਾਏਗਾ। ਗੁਰੂ ਸਾਹਿਬ ਜੀ ਨੇ 4 ਉਦਾਸੀਆਂ ਦੇ ਵਿੱਚ ਇਹੀ ਸਮਝਾਇਆ। ਇਸ ਕਰਕੇ ਗੁਰੂ ਸਾਹਿਬ ਹਰਿਦੁਆਰ ਵੀ ਜਾਂਦੇ ਨੇ, ਗੋਰਖਮਤਾ ਵੀ ਜਾਂਦੇ ਨੇ, ਗੁਰੂ ਸਾਹਿਬ ਜੀ ਫਿਰ ਅਯੁੱਧਿਆ ਵੀ ਜਾਂਦੇ ਨੇ, ਗੁਰੂ ਸਾਹਿਬ ਜੀ ਇਲਾਹਾਬਾਦ ਵੀ ਜਾਂਦੇ ਨੇ, ਗਿਆ ਵੀ ਜਾਂਦੇ ਨੇ, ਕਲਕੱਤਾ ਵੀ ਜਾਂਦੇ ਨੇ। ਗੁਰੂ ਸਾਹਿਬ ਜੀ ਹਰ ਪਾਸੇ ਜਾਂਦੇ ਆ ਔਰ ਖਾਸ ਕਰਕੇ ਧਾਰਮਿਕ ਲੋਕਾਂ ਕੋਲ ਜਾਂਦੇ ਆ। ਜਿੱਥੇ ਕੋਈ ਆਰਤੀ ਕਰ ਰਿਹਾ ਤੇ ਉਸਨੂੰ ਸ਼ੂਦਰ ਨੂੰ ਵੜਨ ਦਾ ਕੋਈ ਅਧਿਕਾਰ ਨਹੀਂ। ਗੁਰੂ ਸਾਹਿਬ ਕਹਿੰਦੇ ਭਾਈ ਇਹ ਵੀ ਤੇ ਬੰਦਾ ਹੈ, ਕਿਉਂ ਨਹੀਂ ਤੁਸੀਂ ਅਧਿਕਾਰ ਦਿੰਦੇ ਇਸ ਨੂੰ ਪਾਠ ਪੂਜਾ ਕਰਨ ਦਾ। ਗੁਰੂ ਸਾਹਿਬ ਜੀ ਸ੍ਰੀਲੰਕਾ ਜਾਂਦੇ ਨੇ, ਉਸ ਤੋਂ ਬਾਅਦ ਗੁਰੂ ਸਾਹਿਬ ਜੀ ਬਾਕੀ ਦਾ ਰਟਨ ਕਰਦੇ ਕਰਦੇ ਵੱਖ-ਵੱਖ ਥਾਵਾਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦੇ ਉੱਤੇ ਜਦੋਂ ਸੰਵਾਦ ਚੱਲਦਾ ਹੈ ਤਾਂ ਉੱਥੇ ਗੁਰੂ ਸਾਹਿਬ ਜੀ ਨੂੰ ਇਹ ਵੀ ਕਿਹਾ ਜਾਂਦਾ ਹੈ, ਇਹ ਗੱਲ ਇੱਦਾਂ ਹੈ ਕਿ ਤੁਸੀਂ ਕਹਿੰਦੇ ਹੋ ਕਿ ਕਿਰਤ ਕਰੋ, ਨਾਮ ਜਪੋ, ਬਣ ਸਕੋ, ਕਿ ਇਹ ਤੁਸੀਂ ਸਿਧਾਂਤ ਜਿਹੜਾ ਮਾਨਵਤਾ ਨੂੰ ਦ੍ਰਿੜ ਕਰਾ ਰਹੇ ਹੋ, ਥਾਂ ਥਾਂ ਤੇ ਜਾ ਕੇ ਪ੍ਰਚਾਰ ਰਹੇ ਹੋ, ਕਿ ਇਹ ਹੋ ਸਕਦਾ ਸਾਰਾ? ਜੋਗੀ ਲੋਕ ਕਹਿੰਦੇ ਨੇ 2 ਕੰਮ ਤੇ ਹੋ ਸਕਦੇ ਨੇ, ਕਿਰਤ ਹੋ ਸਕਦੀ ਹੈ ਤੇ ਨਾਮ ਵੀ ਜਪਣਾ ਚਾਹੀਦਾ, ਪਰ ਤੀਜੀ ਗੱਲ ਕਿਵੇਂ ਹੋ ਸਕਦੀ ਹੈ ਬਣ ਸਕਣ ਦੀ? ਔਰ ਜਦੋਂ ਤੁਸੀਂ ਰਾਮੇਸ਼ਵਰ ਦੇ ਨੇੜੇ ਜਾਂਦੇ ਹੋ ਨਾ, ਪਾਲੀਪੁਰ ਪੈਂਦਾ, ਉੱਥੇ ਜੋਗੀਆਂ ਦਾ ਬਹੁਤ ਵੱਡਾ ਮੱਠ ਸੀ। ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਜਾਂਦੇ ਨੇ ਔਰ ਉੱਥੇ ਸਾਰੇ ਜੋਗੀ ਗੁਰੂ ਸਾਹਿਬ ਜੀ ਨੇ ਗੱਲ ਆਖਦੇ ਨੇ ਕਿ ਤੁਸੀਂ ਕਹਿੰਦੇ ਹੋ ਵੀ ਚਲੋ ਤੁਹਾਡਾ ਸਿਧਾਂਤ ਮੰਨ ਲੈਂਦੇ, ਪਰ ਤੁਸੀਂ ਇਹ ਵੰਡ ਸਕਣ ਵਾਲੀ ਗੱਲ ਨਹੀਂ ਹੋ ਸਕਦੀ ਵੀ ਬੰਦਾ ਵੰਡ ਕੇ ਕਿਵੇਂ ਛਕ ਸਕਦਾ ਹੈ। ਉਹਨਾਂ ਨੇ ਇੱਕ ਤਿਲ ਦੇ ਦਿੱਤਾ ਸੀ ਪਾਲੀਪੁਰ ਦੇ ਵਿੱਚ, ਜੋਗੀਆਂ ਨੇ ਤਿਲ ਦੇ ਦਿੱਤਾ। ਗੁਰੂ ਸਾਹਿਬ ਜੀ ਨੇ ਉਸ ਤਿਲ ਨੂੰ ਵੀ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇੱਕ ਕੰਮ ਕਰ, ਇਹਨਾਂ ਦੀ ਕੁੰਡੀ ਲੈ ਕੇ ਆ, ਸੋਟਾ ਲੈ ਕੇ ਆ, ਉਹਨੂੰ ਸਾਫ਼ ਕੀਤਾ, ਪਾਣੀ ਨਾਲ ਧੋਤਾ, ਉਸ ਤੋਂ ਬਾਅਦ ਉਹ ਤਿਲ ਪਾ ਕੇ, ਪਾਣੀ ਪਾ ਕੇ ਚੰਗੀ ਤਰ੍ਹਾਂ ਘੋਟ ਕੇ ਸਾਰਿਆਂ ਨੂੰ ਵਰਤਾ ਦਿੱਤਾ। ਜੋਗੀ ਬੜੇ ਹੈਰਾਨ ਹੈ। ਅਸੀਂ ਕਿਹਾ ਵੀ ਵੰਡ ਕੇ ਤਾਂ ਛਕਿਆ ਹੀ ਨਹੀਂ ਜਾ ਸਕਦਾ, ਇਹਨਾਂ ਨੂੰ ਤੇ ਤਿਲ ਵੀ ਵੰਡ ਕੇ ਛਕਾਤਾ। ਗੁਰੂ ਸਾਹਿਬ ਨੇ ਕੋਈ ਗੱਲ ਕਹੀ ਸੀ ਉੱਥੇ, ਤਿਲ ਵੀ ਵੰਡਿਆ ਜਾ ਸਕਦਾ, ਬਸ ਤੁਹਾਡੀ ਨੀਅਤਾਂ ਸਾਫ਼ ਹੋਣੀ ਚਾਹੀਦੀ। ਜੇ ਨੀਅਤ 'ਚ ਖੋਟ ਹੈ ਤਾਂ ਤੁਹਾਡੇ ਕੋਲ ਜੋ ਮਰਜ਼ੀ ਹੋਵੇ ਉਹ ਵੰਡਿਆ ਨਹੀਂ ਜਾ ਸਕਦਾ, ਪਰ ਜੇ ਨੀਅਤ ਸਾਫ਼ ਹੈ ਤਾਂ ਤਿਲ ਵੀ ਵੰਡ ਕੇ ਛਕਿਆ ਜਾ ਸਕਦਾ। ਉਚਾਰਨ ਕਰੋ ਸਤਨਾਮ। ਤਿਲ ਵੀ ਵੰਡਿਆ ਜਾ ਸਕਦਾ, ਤੁਹਾਡੀ ਨੀਅਤ ਸਾਫ਼ ਹੋਣੀ, ਨੀਅਤ 'ਚ ਖੋਟ ਨਹੀਂ ਹੋਣੀ ਚਾਹੀਦੀ। ਜਿਹਦੀ ਨੀਅਤ ਸਾਫ਼ ਹੈ ਉਹ ਤਿਲ ਵੀ ਵੰਡ ਕੇ ਛਕਾ ਸਕਦਾ ਹੈ। ਔਰ ਇਸ ਕਰਕੇ ਖਾਲਸਾ ਕੌਮ ਜਦੋਂ ਔਖਾ ਵੇਲਾ ਆਇਆ, ਉੱਥੇ ਇੱਕ ਇੱਕ ਛੋਲੇ ਦੇ ਨਾਲ ਕਹਿੰਦੀ ਸੀ ਕਿ ਮੈਂ ਤ੍ਰਿਪਤ ਹੋ ਗਿਆ। ਜਦੋਂ ਸਿੱਖ ਕੌਮ ਜੰਗਲਾਂ ਵੇਲੀਆਂ 'ਚ ਰਹੀ, ਘੋੜਿਆਂ ਦੀ ਕਾਠੀਆਂ ਤੇ ਸਵਾਰ ਰਹੀ, ਉਸ ਵੇਲੇ ਸਿੱਖਾਂ ਨੇ ਕਿਹਾ ਕਿ ਲੰਗਰ ਮਸਤਾਨਾ ਹੋ ਗਿਆ। ਕੀ ਹੈ? ਕਹਿੰਦੇ ਇੱਕ ਇੱਕ ਛੋਲਾ, ਕਹਿੰਦੇ ਢਿੱਡ ਭਰ ਗਿਆ, ਕਹਿੰਦੇ ਬਸ ਤ੍ਰਿਪਤ ਹੋ ਗਿਆ। ਉਹ ਵੰਡ ਛਕਣ ਦੀ ਨੀਅਤ ਸੀ ਕਿ ਇੱਕ ਇੱਕ ਛੋਲਾ ਵੀ ਵੰਡ ਕੇ ਸਾਰਿਆਂ 'ਚ ਛਕਾ ਦਿੱਤਾ ਵੀ ਕੋਈ ਵੀ ਭੁੱਖਾ ਨਾ ਰਹੇ, ਵੀ ਆ ਜਾਓ ਖਾਲਸਾ ਜੀ ਲੰਗਰ ਛਕ ਲਓ, ਕੋਈ ਭੁੱਖਾ ਨਾ ਰਹੇ। ਹੈ ਕਿ ਇੱਕ ਇੱਕ ਛੋਲਾ ਮਿਲ ਰਿਹਾ ਲੰਗਰ ਦੇ ਵਿੱਚ, ਔਰ ਸਾਰੇ ਕਰਨ ਅਸੀਂ ਤ੍ਰਿਪਤ ਹੋ ਗਏ।
ਅੱਜ ਤਾਂ ਜੋ ਖੋਆ ਖਵਾਈ ਹੋ ਰਹੀ ਹੈ ਨਾ ਲੰਗਰ ਦੇ ਨਾਂ ਤੇ, ਤੁਸੀਂ ਵੇਖੋ ਜਿੱਥੇ ਲੰਗਰ ਲੱਗਦੇ ਨੇ ਉੱਥੇ ਖੋਆ ਖਵਾਈ ਹੁੰਦੀ ਹੈ। ਕਿਤੇ ਇਹਨਾਂ ਗੱਲਾਂ ਵਿੱਚੋਂ ਆਪਾਂ ਬਾਹਰ ਨਿਕਲੀਏ, ਗੁਰੂ ਨਾਨਕ ਦੇ ਪੈਗਾਮ ਨੂੰ ਦੁਨੀਆ ਤੱਕ ਪਹੁੰਚਾਈਏ। ਔਰ ਪੈਗਾਮ ਤਾਂ ਪਹੁੰਚੇਗਾ ਜੇ ਅਸੀਂ ਆਪ ਉਸ ਪੈਗਾਮ ਦੇ ਧਾਰਨੀ ਹੋਵਾਂਗੇ। ਸੋ ਪਿਆਰ ਵਾਲਿਓ, ਅੱਜ ਦੇ ਦੀਵਾਨ ਵਿੱਚ ਬਾਕੀ ਵਿਚਾਰਾਂ ਸ਼ਾਮ ਦੇ ਦੀਵਾਨ 'ਚ ਸਾਡੇ ਨਾਲ ਇੱਥੋਂ ਅੱਗੇ ਦੀ ਸਾਂਝੀ ਕਰਾਂਗੇ ਕਿ ਗੁਰੂ ਸਾਹਿਬ ਜੀ ਦਾ ਬਾਣੀ ਪੱਖੋਂ ਕੀ ਸਿਧਾਂਤ ਰਿਹਾ ਸਾਡੇ ਵਾਸਤੇ, ਔਰ ਗੁਰੂ ਸਾਹਿਬ ਜੀ ਨੇ ਜੋ ਸਾਡੇ ਉੱਤੇ ਕਿਰਪਾ ਕੀਤੀ ਉਹ ਸ਼ਾਮ ਦੇ ਦੀਵਾਨਾਂ ਵਿੱਚ। ਸ਼ਾਮ ਦੇ ਦੀਵਾਨ ਵੀ ਸਜਣਗੇ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਦੀਵਾਨ ਹੈ ਸ਼ਾਮੀ। ਉਸ ਦੇ ਵਿੱਚ 7:30 ਤੋਂ ਲੈ ਕੇ 8:15 ਤੱਕ ਕਥਾ ਹੈ। ਇਹ ਅਗਲੇ ਜਿਹੜੀ ਚੀਜ਼ਾਂ ਨੇ, ਜਿਹੜੀਆਂ ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਨੇ ਜੋ ਡੀਪਲੀ ਪੁਆਇੰਟ ਨੇ, ਉਹ ਗੱਲਾਂ ਤੁਹਾਡੇ ਨਾਲ ਸੰਵਾਦ ਰੂਪ ਦੇ ਵਿੱਚ ਦਾਸ ਰੱਖੇਗਾ। ਕਿਉਂਕਿ ਸਾਨੂੰ ਧਰਮ ਦੀ ਬਰੀਕੀ ਪਤਾ ਹੋਣੀ ਚਾਹੀਦੀ ਹੈ। ਧਰਮ ਅਧਿਐਨ ਇਹੀ ਹੈ ਕਿ ਉਹਦੀ ਬਰੀਕੀ ਪਤਾ ਚੱਲ ਜਾਏ, ਧਰਮ ਦੇ ਤੱਤ ਸਮਝ ਆ ਜਾਣ। ਕਿਉਂਕਿ ਹੁਣ ਹੋ ਗਿਆ ਸਮਾਂ, ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ। ਬਸ ਇੱਥੇ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ ਵੀ ਗੁਰੂ ਨਾਨਕ ਦੀ ਵਿਚਾਰਧਾਰਾ ਨਿਤ ਨਵੀਂ ਹੈ, ਨਵੇਕਲੀ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਸਰਬਪੱਖੀ ਹੈ ਔਰ ਸਾਰਿਆਂ ਨੂੰ ਸਾਂਝਾ ਕਰਨ ਵਾਲੀ ਵਿਚਾਰਧਾਰਾ ਹੈ। ਟੁੱਟੇ ਹੋਏ ਪਰਿਵਾਰਾਂ ਨੂੰ ਜੋੜਨ ਵਾਲੀ ਵਿਚਾਰਧਾਰਾ ਹੈ। ਘਰ ਦੇ ਵਿੱਚ ਲੜਾਈ ਝਗੜੇ ਕਲੇਸ਼ ਮੁਕਾਉਣ ਵਾਲੀ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦੇ ਧਾਰਨੀ ਬਣੋ। ਆਪਣੇ ਘਰ ਦੇ ਕਲੇਸ਼, ਆਪਣੇ ਘਰ ਦੇ ਦੁੱਖ, ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰੋ। ਸੋ ਇਤਨੇ ਬਚਨ ਅੱਜ ਦੇ ਦੀਵਾਨਾਂ 'ਚ ਪ੍ਰਵਾਨ। ਸਾਰਿਆਂ ਦਾ ਧੰਨਵਾਦ। ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦਾਸ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਕਿ ਸਾਰਿਆਂ ਦੇ ਸਿਰ ਤੇ ਆਪਣਾ ਮਿਹਰ ਦਾ ਬਖਸ਼ਿਸ਼ ਦਾ ਹੱਥ ਗੁਰੂ ਨਾਨਕ ਪਾਤਸ਼ਾਹ ਰੱਖਣ ਔਰ ਸਾਨੂੰ ਧਰਮ ਦੀ ਜੁਗਤੀ ਤੇ ਧਰਮ ਦੀ ਜੋਤ ਸਾਡੇ ਹਿਰਦੇ 'ਚ ਪੱਕੀ ਕਰ ਦੇਣ। ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰ ਪਉ ਆਪੇ ਮਿਲੇ। ਇਤਨੀਆਂ ਬੇਨਤੀਆਂ ਪ੍ਰਵਾਨ। ਮੇਰੀਆਂ ਅਨੰਤ ਭੁੱਲਾਂ ਆਪਣਾ ਬੱਚਾ ਜਾਣ ਕੇ ਸਾਰੇ ਬਖਸ਼ ਦਿਓਗੇ। ਕਿਉਂਕਿ ਜੋ ਮੇਰੇ ਮਨ 'ਚ ਆਇਆ ਔਰ ਜੋ ਗੁਰੂ ਸਾਹਿਬ ਜੀ ਦੇ ਤੱਤ ਸਨ ਉਹ ਮੈਂ ਯਤਨ ਕੀਤਾ ਰੱਖਣ ਦਾ। ਕਿਉਂਕਿ ਕਈ ਵਾਰੀ ਕੋਈ ਗੱਲ ਕਿਸੇ ਨੂੰ ਪਿੰਚ ਕਰ ਜਾਂਦੀ, ਪਰ ਇਹ ਗੁਰੂ ਨਾਨਕ ਦੀਆਂ ਬਾਤਾਂ ਨੇ, ਇਹ ਗੁਰੂ ਨਾਨਕ ਦੀ ਵਿਚਾਰਧਾਰਾ ਹੈ। ਪਿੰਚ ਕਰੇ, ਮੈਂ ਕਹਿੰਦਾ ਤੁਸੀਂ ਚੰਗੇ ਰਸਤੇ ਤੇ ਪੈ ਜਾਓ ਤੇ ਮੇਰਾ ਇਹ ਬੋਲਿਆ ਸਕਾਰਤ ਹੋ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬਿਰਾਜਮਾਨ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਟ ਭਾਗੀਓ ਜੋ ਅੱਜ ਗੁਰੂ ਦੇ ਪਰਬ ਗੁਰਦੁਆਰਾ ਸਾਹਿਬ ਦੇ ਵਿੱਚ ਮਨਾ ਰਹੇ ਹੋ। ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ 551ਵਾਂ ਪੁਰਬ ਅਸੀਂ ਅੱਜ ਰਲ ਮਿਲ ਬੈਠ ਮਨਾ ਰਹੇ ਹਾਂ, ਜਿਹਦੇ ਵਿੱਚ ਆਪ ਜੀ ਨੇ ਰੂਹਾਨੀ ਕੀਰਤਨ ਜੋ ਕਿ ਗੁਰਦੁਆਰਾ ਸਾਹਿਬ ਜੀ ਦੇ ਕੀਰਤਨੀਆਂ ਪਾਸੋਂ ਭਾਈ ਸਾਹਿਬ ਭਾਈ ਅਨਮੋਲ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ। ਹੁਣੇ ਤੁਸੀਂ ਸਾਡੇ ਹੈੱਡ ਗ੍ਰੰਥੀ ਦਵਿੰਦਰ ਸਿੰਘ ਦਰਪਨ ਜੀ ਪਾਸੋਂ ਗੁਰੂ ਨਾਨਕ ਪਾਤਸ਼ਾਹ ਦੀ ਜੀਵਨੀ, ਉਹਦੇ ਤੇ ਪੂਰੀ ਵਿਚਾਰ ਗਿਆਨੀ ਜੀ ਦੀ ਕੋਸ਼ਿਸ਼ ਸੀ ਘੰਟੇ ਵਿੱਚ ਤੁਹਾਨੂੰ ਗੁਰੂ ਪਾਤਸ਼ਾਹ ਜੀ ਦੇ ਜੋ ਵੀ ਉਹਦੇ ਉਪਦੇਸ਼ ਹਨ ਉਹ ਇੱਕ ਇੱਕ ਕਰਕੇ ਆਪ ਜੀ ਨੂੰ ਸਰਵਣ ਕਰਵਾਏ ਹਨ। ਆਪ ਬਟਭਾਗੀ ਹੋ ਜੋ ਅੱਜ ਜੁੜ ਬੈਠੇ ਹੋ, ਕਿਉਂਕਿ ਉਹ ਮਹਾਮਾਰੀ ਦਾ ਜੋ ਦੌਰ ਚੱਲ ਰਿਹਾ ਹੈ ਕੋਵਿਡ ਦਾ, ਗੁਰੂ ਘਰ ਤੋਂ ਵੀ ਸੰਗਤਾਂ ਥੋੜ੍ਹੀਆਂ ਦੂਰ ਹੋਈਆਂ ਸਨ। ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੁਆਰਾ ਇਹ ਗੁਰੂ ਦੇ ਦਰਬਾਰ ਖੁੱਲ੍ਹੇ ਹਨ। ਇਸ ਤਰ੍ਹਾਂ ਹੀ ਮਹਾਰਾਜ ਕਿਰਪਾ ਕਰਨ, ਇਹ ਜਿਹੜੀ ਵੀ ਵਿਪਤਾ, ਜਿਹੜੀ ਵੀ ਬਿਮਾਰੀ ਆਈ ਹੈ, ਇਹ ਤੋਂ ਸੰਗਤਾਂ ਨੂੰ ਨਿਜਾਤ ਮਿਲੇ, ਪੂਰੇ ਵਰਲਡ ਨੂੰ ਨਿਜਾਤ ਮਿਲੇ। ਸਾਡੀ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਇਹੋ ਹੀ ਬੇਨਤੀ ਹੈ ਕਿ ਇਹ ਜੋ ਮਹਾਮਾਰੀ ਦੇ ਰੂਪ ਵਿੱਚ ਬਿਮਾਰੀ ਆਈ ਹੈ, ਇਹਦੇ ਤੋਂ ਪੂਰੇ ਵਰਲਡ ਦਾ ਛੁਟਕਾਰਾ ਹੋਵੇ।